ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਜੁੜ ਬੈਠੇ ਗੁਰ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਰਹਿਮਤ ਹੋਈ ਸਾਨੂੰ ਗੁਰੂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਧਰਮ ਦੀ ਰੱਖਿਆ ਵਾਸਤੇ ਆਪਣੇ ਸਰੀਰ ਦੇ ਕੱਪੜੇ ਦੀ ਚਾਦਰ ਬਣਾ ਕੇ ਤੇ ਉਸ ਇੱਜ਼ਤ ਪਤ ਨੂੰ ਢੱਕਿਆ, ਤਿੰਨਾਂ ਦੇ ਸਥਾਨ ਤੇ ਆਪ ਜੀ ਦੂਰ ਦਰੇਡੇ ਤੋਂ ਜੁੜੇ ਹੋ ਬੈਠੇ ਹੋ। ਸਤਿਗੁਰੂ ਜੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਉਂਦੇ ਨੇ ਤੇ ਸਾਨੂੰ ਦਰਸ਼ਨ ਦੀਦਾਰ ਗੁਰੂ ਦੇ ਮਿਲ ਜਾਂਦੇ ਨੇ। ਤੇ ਸਿੱਖ ਦਾ ਅਕੀਦਾ ਪਿਆਰਿਓ ਇਹ ਹੈ ਕਿ ਜੇਕਰ ਮੈਂ ਗੁਰੂ ਦੇ ਦਰਸ਼ਨ ਕਰਦਾ ਤੇ ਤਾਂ ਮੈਂ ਜਿਉਂਦਾ ਵਾਂ। ਮੇਰਾ ਜਿਉਣ ਦਾ ਮਕਸਦ ਇਹ ਹੈ ਮੈਂ ਹਰ ਰੋਜ਼ ਗੁਰੂ ਦੇ ਦਰਸ਼ਨ ਕਰ ਸਕਾਂ। ਆਪ ਜੀ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਹੋ, ਦਰਸ਼ਨ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮੇਰੇ ਜੀਵਨ ਦਾ ਕਰਮ ਜਿਹੜਾ ਵਾ ਨਾ ਉਹ ਪੂਰਾ ਹੀ ਤਾਂ ਜੇ ਮੈਂ ਗੁਰੂ ਦੇ ਨਾਲ ਜੁੜਿਆ, ਜੇ ਗੁਰੂ ਦੇ ਦਰਸ਼ਨ ਕਰਦਾ। ਜੇ ਗੁਰੂ ਦੇ ਦਰਸ਼ਨ ਨਹੀਂ ਕਰਦਾ ਤੇ ਫਿਰ ਇਸ ਸੰਸਾਰ ਵਿੱਚ ਆਉਣਾ ਵੀ ਮੇਰਾ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਸਤਿਗੁਰੂ ਬਖਸ਼ਿਸ਼ ਕਰਦੇ, ਤੁਸੀਂ ਸੋਦਰ ਦੀ ਬਾਣੀ ਵਿੱਚ ਨਿਤਾ ਪ੍ਰਤੀ ਬਚਨ ਪੜ੍ਹਦੇ ਹੋ, ਮੈਂ ਤੇ ਜਿਉਣਾ ਹੀ ਉਦੋਂ ਤੱਕ ਹਾਂ ਜਦੋਂ ਤੱਕ ਮੈਂ ਆਪ ਦੇ ਗੁਰੂ ਦੇ ਦਰਸ਼ਨ ਕਰਦਾ। ਆਖਾਂ ਜੀਵਾਂ ਵਿਸਰੈ, ਵਿਸਰਨਾ ਤੇ ਮੌਤ ਹੈ ਜੀ। ਟੁੱਟ ਜਾਣਾ, ਭੁਲਾ ਦੇਣਾ, ਦੂਰ ਹੋ ਜਾਣਾ ਤੇ ਮੌਤ ਆ। ਸਤਿਗੁਰੂ ਕਹਿੰਦੇ ਮੇਰਾ ਸਿੱਖ ਜਿਹੜਾ ਨਾ ਨਿਤਾ ਪ੍ਰਤੀ ਗੁਰੂ ਦੇ ਦਰਸ਼ਨ ਕਰੇਗਾ ਤੇ ਜੀਵਨ ਲੱਭੇਗਾ, ਇਹ ਮੌਤ ਵਾਲੇ ਪਾਸੇ ਨਹੀਂ ਜਾਏਗਾ। ਇਹਨੂੰ ਗੁਰੂ ਦੇ ਦਰਸ਼ਨਾਂ ਵਿੱਚੋਂ ਜੀਵਨ ਮਿਲੇਗਾ। ਇਸ ਕਰਕੇ ਹਰ ਰੋਜ਼ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ ਦੇ ਉੱਤੇ ਆਉਣਾ ਹੈ, ਨਿਤਨੇਮ ਕਰਨਾ ਹੈ, ਗੁਰੂ ਦੇ ਦਰਸ਼ਨ ਕਰਨੇ ਨੇ। ਤਾਈਓ ਸਤਿਗੁਰ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠ ਹਰ ਨਾਮ ਤੇ ਆਵੇ। ਜਿਹੜਾ ਸਿੱਖ ਖਵਾਉਂਦਾ ਨਾ ਉਹ ਅੰਮ੍ਰਿਤ ਵੇਲੇ ਉੱਠ ਕੇ ਤੇ ਗੁਰੂ ਦੇ ਦਰਸ਼ਨ ਕਰਦਾ। ਉਹ ਬਾਣੀ ਦੇ ਰਾਹੀਂ ਘਰ ਵਿੱਚ ਬੈਠਿਆਂ ਵੀ ਨਿਤਨੇਮ ਦੇ ਗੁਟਕੇ ਤੋਂ ਵੀ ਹੋ ਸਕਦੇ, ਉਹ ਗੁਰੂ ਦਰ ਦੇ ਉੱਤੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਵੀ ਗੁਰੂ ਕੇ ਦਰਸ਼ਨ, ਜਿੱਥੇ ਗੁਰੂ ਨੇ ਆਪਣੇ ਪਾਵਨ ਮੁਬਾਰਕ ਚਰਨ ਪਾਏ ਨੇ। ਸੋ ਅੱਜ ਦਾ ਜੋ ਸਤਿਗੁਰਾਂ ਦੀ ਬਖਸ਼ਿਸ਼, ਜੋ ਕਰਮ ਸਾਡੇ ਉੱਤੇ ਸਤਿਗੁਰਾਂ ਨੇ ਕੀਤਾ ਆ, ਉਹ ਆਪ ਜੀ ਨੇ ਮੁੱਖ ਵਾਕ ਦੇ ਰੂਪ ਵਿੱਚ ਬੜੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸਰਵਣ ਕੀਤਾ ਹੈ। ਇਸ ਪਾਵਨ ਮੁਬਾਰਕ ਬਚਨਾਂ ਦੇ ਵਿੱਚ ਵੀ ਸਤਿਗੁਰਾਂ ਨੇ ਅੱਜ ਅਸੀਸ ਸਾਡੀ ਝੋਲੀ ਵਿੱਚ ਸੰਗਤ ਦੀ ਹੀ ਪਾਈ ਹੈ, ਕਿਉਂਕਿ ਸੰਗਤ ਤੋਂ ਬਿਨਾਂ ਜੀਵਨ ਅਧੂਰਾ ਜੇ। ਸੰਗਤ ਵਿੱਚ ਆ ਕੇ ਹੀ ਸਾਨੂੰ ਜੀਵਨ ਮਿਲਦਾ। ਇਸ ਕਰਕੇ ਦਾਤਾਰ ਨੇ ਤਰਸ ਕੀਤਾ ਸਾਡੇ ਉੱਤੇ ਤੇ ਸਾਡੀ ਝੋਲੀ ਦੇ ਵਿੱਚ, ਜਿੱਥੇ ਅੱਜ ਆਪ ਜੀ ਪੰਚਮੀ ਦੇ ਦਿਨ ਦਿਹਾੜੇ ਤੇ ਜੁੜੇ ਹੋ ਨਾ, ਵੈਸੇ ਸਿੱਖ ਵਾਸਤੇ ਹਰ ਇੱਕ ਦਿਨ ਪਵਿੱਤਰ ਹੈ, ਪਰ ਜਿਸ ਦਿਨ ਨੂੰ ਸੰਗਤ ਦਾ ਇਕੱਠ ਹੋਵੇ ਉਹਨੂੰ ਗੁਰਮਤ ਦੇ ਆਸ਼ੇ ਵਾਸਤੇ ਵਰਤ ਲੈਣਾ ਚਾਹੀਦਾ ਹੈ। ਉਹਨੂੰ ਗੁਰੂ ਦੇ ਨਾਲ ਜੁੜਨ ਵਾਸਤੇ, ਗੁਰੂ ਦੇ ਨਾਲ ਗੱਲਾਂ। ਆਪਾਂ ਬੈਠੇ ਆ ਨਾ ਸੰਗਤ, ਇੱਕ ਬੇਨਤੀ ਕਰਾਂ, ਸਾਡਾ ਗੁਰੂ ਪ੍ਰਤੱਖ ਜੇ, ਇਹ ਆਉਣ ਜਾਣ ਵਾਲਾ ਨਹੀਂ ਆ, ਇਹ ਸਦੀਵੀ ਆ। ਕਿਸੇ ਬੰਦੇ ਨੂੰ ਜਾ ਕੇ ਲੱਭਾਂਗੇ ਨਾ ਤੇ ਉਹ ਇੱਕ ਚੜ੍ਹਾਈ ਕਰ ਜਾਏਗਾ, ਦੂਜਾ, ਫਿਰ ਤੀਜਾ, ਗੱਲ ਮੁੱਕਣੀ ਨਹੀਂ। ਪਰ ਜੇ ਇਸ ਗੁਰੂ ਨਾਲ ਜੁੜ ਜਾਵਾਂਗੇ ਤੇ ਇਹ ਗੁਰੂ ਸਦੀਵੀ ਆ। ਜਿੱਦਾਂ ਰੱਬ ਸਦੀਵੀ ਆ ਨਾ, ਤੇ ਇਹ ਰੱਬ ਦੀ ਗੱਲ ਕਰਨ ਵਾਲਾ ਗੁਰੂ ਵੀ ਸਦੀਵੀ। ਆਪ ਜੀ ਪੜ੍ਹਦੇ ਹੋ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਇਸ ਬਾਪੂ ਦੇ ਜਿਹੜੇ ਬਚਨ ਨੇ ਨਾ, ਉਹ ਬਾਪੂ ਨਾਲ ਗੱਲਾਂ ਕਰਨੀਆਂ ਨੇ, ਗੁਰੂ ਦੇ ਕੋਲ ਆਣਾ, ਗੁਰੂ ਦੇ ਬਚਨ ਸੁਣਨਾ, ਬਾਣੀ ਪੜ੍ਹਨੀ, ਇਹ ਕੀ ਆ? ਗੁਰੂ ਸਾਹਿਬ ਨਾਲ ਗੱਲਾਂ ਕਰਨੀਆਂ। ਸੋ ਅੱਜ ਦੇ ਜਿਹੜੇ ਪਾਵਨ ਮੁਬਾਰਕ ਬਚਨ ਨੇ, ਗੁਰੂ ਨੇ ਉਸ ਬਚਨਾਂ ਦੇ ਤਹਿਤ ਸਾਨੂੰ ਸੰਗਤ ਕਰਨ ਦਾ ਵੱਲ ਜਿਹੜਾ ਨਾ, ਸਾਨੂੰ ਸੰਗਤ ਨਾਲ ਜੁੜਨ ਦਾ ਤਰੀਕਾ ਦੱਸਿਆ ਅਤੇ ਸੰਗਤ ਦੇ ਗੁਣ ਦੱਸੇ ਨੇ ਵੀ ਸੰਗਤ ਵਿੱਚ ਆਉਣ ਦਾ ਫਾਇਦਾ ਕੀ ਜੇ। ਸੋ ਆਓ ਇਹਨਾਂ ਪਾਵਨ ਮੁਬਾਰਕ ਬਚਨਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਸਕਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ
ਫਤਿਹ ਰੂਪੀ ਅਸੀਸ ਬਖਸ਼ਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪਿੰਗੋਲਾ ਪਰਬਤ ਪਾਰ ਪਰੀ ਖਾਲ ਚਾਤੁਰ ਬਕੀਤਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਜ ਇਹ ਪਾਵਨ ਬਖਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਅੰਗ 809-10 ਦੇ ਉੱਤੇ ਸ਼ੋਭਾਇਮਾਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਮੁਬਾਰਕ ਬਚਨ ਬਿਲਾਵਲ ਰਾਗ ਵਿੱਚ ਸੁਸ਼ੋਭਿਤ ਆ ਤੇ ਸਤਿਗੁਰੂ ਇਹਨਾਂ ਬਚਨਾਂ ਦੀ ਆਰੰਭਤਾ ਦੇ ਵਿੱਚ ਹੀ ਬੜੀ ਪਿਆਰੀ ਗੱਲ ਆਖਦੇ ਨੇ। ਪਿੰਗਲ ਪਰਬਤ ਪਾਰ ਪਰੇ। ਪਿੰਗਲਾ ਹੁੰਦਾ ਜਿਹਦੀਆਂ ਲੱਤਾਂ ਨਾ ਹੋਣ, ਤੁਰਿਆ ਨਾ ਜਾਂਦਾ ਹੋਵੇ, ਉਹਨੂੰ ਆਂਦੇ ਆ ਪਿੰਗਲਾ। ਜਿਹੜਾ ਬੰਦਾ ਇੱਕ ਤਾਂ ਲੱਤਾਂ ਤੋਂ ਮੁਹਤਾਜ ਹੋਵੇ, ਇੱਕ ਕੋਈ ਕੰਮ ਨਹੀਂ ਨਾ ਕਰ ਸਕਦਾ, ਕੋਈ ਕੰਮ ਨਾ ਕਰਦਾ ਹੋਏ, ਲੇਜ਼ੀ ਜਿਹਾ ਬੰਦਾ, ਆਲਸੀ ਜਿਹਾ ਬੰਦਾ, ਤੇ ਆਪਾਂ ਉਹਨੂੰ ਵੀ ਆਖ ਦਿੰਨੇ ਆ ਕਿੱਦਾਂ ਪਿੰਗਲਿਆਂ ਵਾਂਗਰਾਂ ਬੈਠਾ ਹੋਇਆ, ਉੱਠ ਕੇ ਕੋਈ ਕੰਮ ਹੀ ਕਰ ਲਾ। ਜਿਹੜਾ ਬੰਦਾ ਤੁਰਦਾ ਨਾ ਹੋਵੇ। ਤੇ ਸਤਿਗੁਰੂ ਕਹਿੰਦੇ ਪਿੰਗਲ ਪਰਬਤ ਪਾਰ ਪਰੇ। ਜਿੰਦਾ ਸੁਭਾਅ ਪਿੰਗਲੇ ਵਰਗਾ ਬਣਿਆ ਹੋਇਆ ਨਾ, ਤੇ ਰਹਿਮਤ ਕਰੇ ਗੁਰੂ ਕਿਰਪਾ ਕਰਦਾ ਆ, ਉਹ ਵੀ ਪਹਾੜੀਆਂ ਨੂੰ ਸਰ ਕਰ ਲੈਂਦਾ, ਜਿੱਤ ਲੈਂਦਾ ਹੈ। ਉਹ ਵੀ ਪਹਾੜੀਆਂ ਤੋਂ ਪਾਰ ਲੰਘ ਜਾਂਦਾ ਜੀ। ਪਿੰਗਲ ਪਰਬਤ ਪਾਰ ਪਰੇ, ਉਹ ਪਾਰ ਹੋ ਜਾਂਦਾ। ਹੁਣ ਪਹਾੜੀਆਂ ਨੇ ਬੜੀਆਂ ਔਖੀਆਂ। ਪਹਾੜੀਆਂ ਦੇ ਉੱਤੇ ਹੋ ਸਕਦਾ ਕੋਈ ਨਕਲੀਆਂ ਲੱਤਾਂ ਲਾ ਕੇ ਵੀ, ਆ ਪਿੱਛੇ ਜੇ ਪੜਿਆ ਸੀ ਆਪਾਂ, ਮਨੁੱਖ ਪਿੰਗਲਾ ਸੀ, ਉਹ ਚੜਿਆ ਪਹਾੜੀਆਂ ਤੇ, ਮਾਊਂਟ ਐਵਰੈਸਟ ਵਾਲੇ ਬੰਨੇ ਉਹ ਗਿਆ ਆ, ਉੱਥੇ ਚੜਿਆ ਆ। ਹੁਣ ਸਤਿਗੁਰੂ ਕਹਿੰਦੇ ਵੀ ਪਹਾੜੀਆਂ ਤੇਰੇ ਜੀਵਨ ਵਿੱਚ ਵੀ ਬੜੀਆਂ ਨੇ ਪਿਆਰਿਆ। ਪਹਾੜੀਆਂ ਤੇਰੇ ਜੀਵਨ ਵਿੱਚ ਵੀ ਬਹੁਤ ਨੇ। ਉਹ ਪਹਾੜੀਆਂ ਵੀ ਚੜਨੀਆਂ ਨੇ। ਕਿਹੜੀਆਂ ਨੇ? ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਬਹੁਤ ਸਤਿਕਾਰਯੋਗ ਰੱਬੀ ਰੂ ਬਾਬਾ ਰਵਿਦਾਸ ਜੀ ਉਹ ਪਿਆਰੇ ਬਚਨ ਕਰਦੇ ਨੇ। ਕਹਿੰਦੇ ਕਲੀਆਂ ਸੰਸਾਰ ਦੇ ਮਿੱਟੀ ਦੀਆਂ ਪੱਥਰ ਦੀਆਂ ਪਹਾੜੀਆਂ ਨਹੀਂ, ਤੇਰੇ ਜੀਵਨ ਵਿੱਚ ਤੇ ਪਹਾੜੀਆਂ ਹੋਰ ਵੀ ਹਨ। ਉਹ ਕਿਹੜੀਆਂ ਵਾ? ਕਹਿੰਦੇ ਘਟ ਅਵ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕਹਿੰਦੇ ਕਾਮ ਦੀ ਵੀ ਘਾਟੀ ਆ, ਕ੍ਰੋਧ ਦੀ ਵੀ ਪਹਾੜੀ ਆ। ਕ੍ਰੋਧ ਤਾਂ ਨੂੰ ਚੜਦਾ ਨਾ, ਉਬਾਲੇ ਮਾਰਦਾ ਜਦੋਂ ਬੰਦਾ ਗੁੱਸੇ ਵਿੱਚ ਆਉਂਦਾ ਜੀ। ਕਹਿੰਦੇ ਕਾਮ ਦੀ ਵੀ ਘਾਟੀ ਆ, ਉਹ ਵੀ ਪਹਾੜੀ ਚੜਨੀ, ਤੇ ਕ੍ਰੋਧ ਦੀ ਵੀ ਪਹਾੜੀ ਚੜਨੀ। ਇਹ ਸਾਰੀਆਂ ਪਹਾੜੀਆਂ, ਇਹਨਾਂ ਨੂੰ ਤੂੰ ਜ਼ਿੰਦਗੀ ਵਿੱਚ ਜਿੱਤਣਾ। ਤੇ ਜਿੰਨੇ ਕਦੇ ਇਹ ਪਹਾੜੀਆਂ ਤੇ ਚੜਿਆ ਨਹੀਂ ਸੀ ਨਾ, ਪਾਰ ਨਹੀਂ ਸੀ ਪਾਇਆ, ਇਹਨਾਂ ਨੂੰ ਵਸ ਵਿੱਚ ਨਹੀਂ ਸੀ ਕੀਤਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿਤੇ ਹੋਰ ਵਸ ਵਿੱਚ ਨਹੀਂ ਆਉਂਦੀਆਂ, ਇਹ ਗੁਰੂ ਦੇ ਕੋਲ ਆ ਕੇ ਵਸ ਵਿੱਚ ਆਉਂਦੀਆਂ ਨੇ। ਤੇ ਗੁਰੂ ਵੀ ਕੌਣ? ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਿਆਰਿਓ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਰਦੇ ਨੇ, ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋ। ਹੁਣ ਖਿਆਲ ਕਰਿਓ, ਇਹਨਾਂ ਨੂੰ ਵਸ ਵਿੱਚ ਕਰਨ ਵਾਸਤੇ ਧਰਮ ਦਾ ਹਿੱਸਾ ਸਮਝ ਕੇ ਬੰਦਾ ਭੱਜਾ ਫਿਰਦਾ ਕਾਮ ਦੇ ਪੁਤਲਿਆਂ ਕੋਲ, ਕ੍ਰੋਧ ਦੇ ਪੁਤਲਿਆਂ ਦੇ ਕੋਲ, ਹੰਕਾਰ ਦੇ ਪੁਤਲਿਆਂ ਕੋਲ, ਇਸੇ ਕਰਕੇ ਦੂਰ ਨਹੀਂ ਹੁੰਦਾ। ਹੁਣ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਵੀ ਇਹ ਕਾਮ ਦੀ ਘਾਟੀ ਚੜਾਂਗੇ ਕਿੱਦਾਂ ਆਪਾਂ? ਕ੍ਰੋਧ ਵਾਲੀ ਘਾਟੀ ਭਾਵ ਇਹਨੂੰ ਕਿੱਦਾਂ ਆਪਾਂ ਜਿੱਤ ਸਕਦੇ ਹਾਂ? ਤੇ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਇਹ ਪੰਜ ਜਵਾਨ ਜਿਹੜੀਆਂ ਘਾਟੀਆਂ ਸੀ ਨਾ, ਮੈਂ ਇਹਨਾਂ ਨੂੰ ਜਿੱਤ ਲਿਆ, ਜਿਹੜੀਆਂ ਕਿਸੇ ਕੋਲੋਂ ਜਿੱਤੀਆਂ ਨਹੀਂ ਸੀ ਜਾਂਦੀਆਂ, ਤੇ ਖਾਲੀ ਹੱਥੀ ਮੈਂ ਜਿੱਤਿਆ। ਕਹਿੰਦੇ ਕਿੱਦਾਂ? ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਉ। ਜਦੋਂ ਗੁਰੂ ਨੇ ਥਾਪੜਾ ਦਿੱਤਾ ਨਾ, ਗੁਰੂ ਨੇ ਕੰਡ ਦੇ ਉੱਤੇ ਥਾਪੜਾ ਮਾਰਿਆ ਵੀ ਪ੍ਰਵਾਹ ਨਾ ਕਰ, ਮੈਂ ਤੇਰੇ ਨਾਲ ਆ, ਤੇ ਕਾਮ ਦੀ ਕ੍ਰੋਧ ਦੀ ਪ੍ਰਵਾਹ ਨਾ ਕਰੀ। ਪਰ ਬਚਨ ਜਿਹੜੇ ਗੁਰੂ ਦੇ ਨੇ ਨਾ, ਪੱਲੇ ਨਾਲ ਬੰਨ ਕੇ ਰੱਖੀ, ਤੇਰਾ ਕੁਝ ਵੀ ਵਿਗਾੜ ਨਹੀਂ ਜੇ ਸਕਦੇ। ਇਹ ਤੇਰਾ ਕੱਖ ਵੀ ਵਿਗਾੜ ਨਹੀਂ ਸਕਣਗੇ। ਫਿਰ ਤੂੰ ਚੜ ਜਾਏਗਾ। ਕੋਈ ਉੱਚੀ ਨੀਵੀਂ ਖੱਡ, ਕੋਈ ਪਹਾੜੀ ਤੇਰਾ ਕੱਖ ਨਹੀਂ ਜੇ ਵਿਗਾੜ ਸਕਦੀ। ਕਿਉਂ? ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਜਦੋਂ ਗੁਰੂ ਦੇ ਅੱਗੇ ਆ ਕੇ ਬੇਨਤੀ ਕਰੇਗਾ ਨਾ, ਸਵਾਸਾਂ ਦੀ ਪੂੰਜੀ ਬਚਾ ਲਾ ਬਾਪੂ, ਤੇਰੇ ਤੋਂ ਬਿਨਾ ਬਚਾਉਣ ਵਾਲਾ ਕੋਈ ਨਹੀਂ। ਮੈਂ ਤੇ ਅਹੰਕਾਰ ਦਾ ਪੁਤਲਾ,
ਹੁਣ ਤੇਰੇ ਤੋਂ ਬਿਨਾ ਬਾਹ ਫੜਨ ਵਾਲਾ ਕੋਈ ਨਹੀਂ। ਮਹਾਰਾਜ ਦੱਸੋ ਵੀ ਕਿੱਦਾਂ ਕਿੰਦੇ ਕੋਲ ਜਾਈਏ? ਅੱਜ ਤੇ ਭੱਜੇ ਫਿਰਦੇ ਆ ਨਾ, ਕੋਈ ਕਿਤੇ ਭੱਜਾ ਫਿਰਦਾ, ਕੋਈ ਕਿਸੇ ਤਰੀਕੇ ਦੇ ਨਾਲ ਕਰਮ ਕਰਦਾ ਵੀ ਸ਼ਾਇਦ ਇਹੀ ਧਰਮ ਦਾ ਹਿੱਸਾ। ਮਹਾਰਾਜ ਜੀ ਕਿੱਥੇ ਜਾ ਕੇ ਸਾਡਾ ਪਾਰ ਉਤਾਰਾ ਹੋਏਗਾ? ਕਿੱਥੇ ਸਾਡੀ ਬਾਹ ਫੜੀ ਜਾਏਗੀ? ਅਸੀਂ ਕਿਸੇ ਰੁੱਖ ਕੋਲ ਤੁਰੇ ਜਾਈਏ, ਕਿਸੇ ਫੋਟੋ ਅੱਗੇ ਖੜ ਜਾਈਏ, ਕੋਈ ਚਾਰ ਕੋਇਟਾ ਰੱਖ ਕੇ ਥਾਂ ਬਣਾਈ ਉੱਥੇ ਜਾ ਕੇ ਜੁੜ ਜਾਈਏ, ਕਿੱਦਾਂ ਗੁਜ਼ਾਰਾ ਹੋਏਗਾ? ਤੇ ਸਤਿਗੁਰੂ ਬੜੇ ਪਿਆਰੇ ਬਚਨ ਕਰਦੇ ਨੇ, ਕਹਿੰਦੇ ਪਿਆਰਿਆ ਜੇ ਘਰ ਦੀ ਬਿਲਡਿੰਗ ਕੰਕਰੀਟ ਦੀ ਬਣੀ ਹੋਵੇ, ਉਹਦੇ ਵਿੱਚ ਕੋਈ ਵਿਗਾੜ ਪੈ ਜਾਏ ਤੇ ਉਹ ਗਾਰੇ ਨਾਲ ਲਿਪੀ ਨਹੀਂ ਜਾਣੀ। ਜੇ ਉਹ ਇੱਟਾਂ ਸੀਮੈਂਟ ਬਜਰੀ ਦੀ ਬਿਲਡਿੰਗ ਬਣੀ ਆ ਤੇ ਉਹਦੀ ਰਿਪੇਅਰ ਵੀ ਉਸੇ ਇੱਟਾਂ ਸੀਮੈਂਟ ਤੇ ਬਜਰੀ ਨਾਲ ਹੀ ਹੋਣੀ ਆ। ਉਹ ਗਾਰੇ ਨਾਲ ਨਹੀਂ ਜੀ ਉਹਦੀ ਰਿਪੇਅਰ ਹੋ ਜਾਣੀ, ਗਾਰੇ ਨਾਲ ਉਹਨੂੰ ਲਿਪਾ ਪੋਤੀ ਕਰਕੇ ਸਰਨਾ ਨਹੀਂ। ਉਹ ਜੇ ਲਾ ਵੀ ਦੇਗਾ ਤੇ ਉਹ ਥੋੜ ਚਿਰਾ ਉਹਨੇ ਫਿਰ ਡਿੱਗ ਜਾਣਾ ਹੈ। ਜੇ ਲਾ ਵੀ ਦੇਗਾ ਨਾ ਉਹ ਥੋੜ ਚਿਰਾ ਫਿਰ ਲੈ ਬਣ ਕੇ ਥੱਲੇ ਡਿੱਗ ਜਾਏਗਾ, ਕੁਝ ਵੀ ਪੱਲੇ ਨਹੀਂ ਪੈਣਾ। ਮਹਾਰਾਜ ਫਿਰ ਕੀ ਕਰੀਏ? ਸਤਿਗੁਰੂ ਕਹਿੰਦੇ ਵੀ ਜਿਹੜੀ ਸਰੀਰ ਦੀ ਬਿਲਡਿੰਗ ਜਿਸ ਚੀਜ਼ ਦੁਆਰਾ ਬਣੀ ਆ ਨਾ, ਤੂੰ ਉੱਥੇ ਚਲਾ ਜਾ, ਉਸੇ ਨਾਲ ਤੇਰੀ ਰਿਪੇਅਰ ਹੋਏਗੀ। ਤੇ ਉਹ ਕੀ ਆ ਜੀ? ਇਸ ਨੂੰ ਹੋਰ ਥਾਂ ਨਾਹੀਂ ਸ਼ਬਦ ਲਾਗ ਸਵਾਰੇ। ਇਹਨੂੰ ਹੋਰ ਕੋਈ ਥਾਂ ਨਹੀਂ। ਸਰੀਰ ਬਣਿਆ ਸ਼ਬਦ ਤੋਂ, ਸੰਸਾਰ ਬਣਿਆ ਉਸ ਮਾਲਕ ਦੇ ਸ਼ਬਦ ਤੋਂ। ਤੇ ਜੇ ਵਿਕਾਰਾਂ ਦੀਆਂ ਪਹਾੜੀਆਂ ਆ ਗਈਆਂ ਨੇ ਤੇਰੇ ਰਾਹ ਦੇ ਵਿੱਚ, ਤੇ ਖਿਆਲ ਕਰੀ ਸ਼ਬਦ ਦੇ ਰਾਹੀਂ ਹੀ ਦੂਰ ਹੋਣਗੀਆਂ। ਹੋਰ ਕੋਈ ਟਿਕਾਣਾ ਹੈ ਹੀ ਨਹੀਂ, ਹੋਰ ਕੋਈ ਆਸਰਾ ਹੈ ਹੀ ਨਹੀਂ, ਹੋਰ ਕੋਈ ਸਹਾਰਾ ਨਹੀਂ। ਆਪਾਂ ਇੱਕ ਸ਼ਬਦ ਪੜ੍ਹਦੇ ਆ ਅਕਸਰ ਉਦੋਂ ਜਦੋਂ ਅਸੀਂ ਜ਼ਿੰਦਗੀ ਦਾ ਕੋਈ ਕਰਮ ਕਰਨਾ ਹੋਵੇ ਨਾ, ਕੋਈ ਖੁਸ਼ੀ ਵਾਲਾ ਕੰਮ ਕਰਨਾ ਹੈ, ਫਿਰ ਅਸੀਂ ਰੋਜ਼ ਪੜ੍ਹਦੇ ਆ ਇਹ ਵਾਲਾ ਸ਼ਬਦ, ਧਰ ਜੀਏ ਰੇ ਇੱਕ ਟੇਕ ਤੂੰ ਲਹ ਬਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ। ਸਤਿਗੁਰ ਕਹਿੰਦੇ ਕਾਰਜ ਤੇਰੀ ਜ਼ਿੰਦਗੀ ਦਾ ਆ, ਮਨੁੱਖਾ ਜੀਵਨ। ਕਾਰਜ ਤੇਰਾ ਹੈ ਗੁਰੂ ਨਾਲ ਮਿਲਾਪ। ਕਾਰਜ ਤੇਰਾ ਇਹ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਾਰਜ ਤੇ ਅਸਲ ਵਿੱਚ ਤੇਰਾ ਆ ਵਾ। ਦੂਜੇ ਤੇ ਜ਼ਿੰਦਗੀ ਦੇ ਕਾਰਜ ਨੇ, ਉਹ ਤੇ ਇੱਥੇ ਰਹਿ ਜਾਣ ਵਾਲੇ ਨੇ। ਬਾਕੀ ਜਿੰਨੇ ਵੀ ਕਾਰਜ ਆਪਾਂ ਕਰਦੇ ਆ ਨਾ, ਉਹ ਨਾਲ ਥੋੜੀ ਨਿਭਣ ਵਾਲੇ ਨੇ। ਉਹ ਤੇ ਸਾਰੇ ਇੱਥੇ ਮੈਂ ਘਰ ਬਣਾਇਆ ਤੇ 20-25 ਸਾਲਾਂ ਬਾਅਦ ਮੈਨੂੰ ਫਿਰ ਉਹਨੂੰ ਦੁਬਾਰਾ ਬਣਾਉਣਾ ਹੀ ਪੈਣਾ ਨਾ। ਕਿਧਰੇ ਤਾਂ ਚੱਕਣਾ ਪਊਗਾ, ਕਿਧਰੇ ਕੋਈ ਉਹਦੀ ਰਿਪੇਅਰ ਕਰਨੀ ਪਊਗੀ, ਕੁਝ ਨਾ ਕੁਝ ਕਰਨਾ ਪਊਗਾ। ਫਿਰ ਉਹ ਤੇ ਕਾਰਜ ਇੱਥੇ ਹੀ ਰਹਿ ਜਾਣਾ। ਜਿੱਦਣ ਮੈਂ ਚਲਾ ਗਿਆ ਤੇ ਮੇਰੇ ਨਾਲ ਨਹੀਂ ਜਾਣਾ। ਅਸਲ ਵਿੱਚ ਜ਼ਿੰਦਗੀ ਦਾ ਕਾਰਜ ਜੇ ਜਿਹੜਾ ਨਾਲ ਜਾਣ ਵਾਲਾ ਹੈ, ਸਤਿਗੁਰੂ ਕਹਿੰਦੇ ਉਹ ਤੂੰ ਅਜੇ ਸਵਾਰਿਆ ਨਹੀਂ। ਤੇ ਉਹ ਸਵਾਰਨਾ ਹੈ ਸ਼ਬਦ ਗੁਰੂ ਦੇ ਕੋਲ ਆ ਕੇ, ਕਿਸੇ ਹੋਰ ਕੋਲ ਜਾ ਕੇ ਨਹੀਂ ਸਵਾਰਿਆ ਜਾਏਗਾ। ਬਾਕੀ ਤੇ ਮਿੱਟੀ ਦੇ ਗੱਚ ਨੇ, ਜਿੱਦਣ ਲੱਗਣਗੇ ਤੇ ਬੜੀ ਛੇਤੀ ਫਿਰ ਡਿੱਗ ਵੀ ਜਾਂਦੇ ਨੇ। ਨਾ ਲਾਉਣ ਵਾਲਾ ਗੱਚ ਰਹਿੰਦਾ ਤੇ ਨਾ ਜਿੰਦੇ ਲਾਇਆ ਜਾਂਦਾ ਉਹ ਵੀ ਰਹਿੰਦਾ ਆ। ਦੋਵੇਂ ਚੱਲਣਹਾਰ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਕੋਲ ਆ। ਗੁਰੂ ਪਿੰਗਲਿਆਂ ਨੂੰ ਵੀ ਪਰਬਤ ਤੇ ਚੜ੍ਹਨਾ ਸਿਖਾ ਦਿੰਦਾ। ਪਿੰਗਲ ਪਰਬਤ ਪਾਰ ਪਰੇ। ਜਿਹੜਾ ਕੋਈ ਕੰਮ ਸਾਡੇ ਕੋਲ ਹੁੰਦਾ ਨਹੀਂ ਨਾ ਸੰਗਤ ਜੀ, ਮੈਂ ਇੱਕ ਛੋਟੀ ਜੀ ਬੇਨਤੀ ਕਰਾਂ, ਧਰਤੀ ਉਹੀ ਸੀ। ਅੱਜ 6ਵੇਂ ਬਾਪੂ ਦਾ ਜੋਤੀ ਜੋਤ ਆ। ਹੁਣ ਧਰਤੀ ਤੇ ਇਹੀ ਸੀ ਨਾ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ। ਧਰਤੀ ਹੈ, ਆਬ ਇਹ ਹੈ, ਹਵਾ ਇਹ ਹੈ। ਬਾਹਰੋਂ 712 ਵਿੱਚ ਮੁਹੰਮਦ ਬਿਨ ਕਾਸਮ ਦੇ ਰੂਪ ਵਿੱਚ ਪਹਿਲਾ ਹਮਲਾ ਹੋਇਆ। ਸਾਰਾ ਕੁਝ ਲੁੱਟ ਪੁੱਟ ਕੇ ਲੈ ਗਿਆ। ਪੰਜਾਬ ਦੇ ਰਾਹੀਂ ਐਂਟਰੈਂਸ ਹੈ, ਇਧਰੋਂ ਵੜਦੇ ਆ ਤੇ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦੇ। ਪਿੰਗਲ ਕੀ ਸੀ? ਤਾਕਤ ਨਹੀਂ ਸੀ ਵੀ ਇਹਨਾਂ ਦਾ ਮੁਕਾਬਲਾ ਕਰ ਸਕੀਏ। 500 ਬੰਦੇ ਲੈ ਕੇ ਸਾਰਿਆਂ ਨੂੰ ਲੁੱਟ ਕੇ ਬੰਦਾ ਚਲਾ ਜਾਏ, ਇਹ ਪਿੰਗਲਿਆਂ ਦੀ ਹਾਲਤ ਨਹੀਂ ਵੀ ਉਹਦੇ ਅੱਗੇ ਕੋਈ ਖਲੋ ਵੀ ਨਾ ਸਕੇ, ਉਹਦਾ ਮੁਕਾਬਲਾ ਕਰਨ ਦੀ ਜ਼ਰੂਰਤ ਨਾ ਹੋਵੇ। ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਰਾਹੀਂ ਜਦੋਂ ਅੰਮ੍ਰਿਤ ਦੇ ਛਿੱਟੇ ਮਾਰੇ ਨਾ, ਤੇ ਇਹਨਾਂ ਮੁਰਦਿਆਂ ਦੇ ਵਿੱਚ ਵੀ ਰੂਹ ਫੂਕੀ ਗਈ। ਜਿਨ੍ਹਾਂ ਦੇ ਘਰਾਂ ਵਿੱਚ ਚਾਕੂ ਰੱਖਣ ਦੀ ਇਜਾਜ਼ਤ ਨਹੀਂ ਸੀ, 6ਵੇਂ ਬਾਪੂ ਨੇ ਗੱਦੀ ਤੇ ਬਹਿੰਦਿਆਂ ਜਿੱਥੇ ਮੀਰੀ ਪੀਰੀ ਦੀਆਂ ਤਲਵਾਰਾਂ ਪਾਈਆਂ, ਉੱਥੇ ਸਿੱਖਾਂ ਨੂੰ ਵੀ ਹੁਕਮ ਕੀਤਾ ਜਿਸ ਮਾਂ ਦੇ 4 ਬੱਚੇ ਆ, ਉਹ 2 ਬੱਚੇ ਫੌਜ ਵਿੱਚ ਭਰਤੀ ਕਰੇ। ਜਿੰਦੇ ਕੋਲ 3 ਨੇ ਉਹ 1 ਛੱਡ ਕੇ ਜਾਏ। ਅਸਾਂ ਫੌਜ ਤਿਆਰ ਕਰਨੀ। ਤੇ ਫੌਜ ਤਿਆਰ ਹੋਈ ਤੇ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਛਤਰਛਾਇਆ ਹੇਠ ਮੁਗਲ ਹਕੂਮਤ ਦੇ ਨਾਲ 4 ਜੰਗਾਂ ਲੜੀਆਂ ਤੇ 4ਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਜਿਹੜੇ ਲੋਕ ਪਿੰਗਲੇ ਸੀ ਨਾ,
ਜਿਹੜੇ ਆਂਦੇ ਸੀ ਚਿੜੀ ਉਡੇ ਡਰ ਸੇ ਮਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ, ਉਹ ਹੁਣ ਪਤਾ ਕੀ ਆਂਦੇ, ਕਹਿੰਦੇ रख दो ये जो दो थारा खंडा बेकार पड़ा था, उतर जाएगा जंग जो इस पे चढ़ा था। क्या जिहड़ा दो धारा खंडा बेकार पिया सी ना, जिन्हों हथ पाउण लग्या भी डर लगदा सी, अज उस नूं हथ पा के ते जिहड़ा जंग लगा ना मैं ला दियांगा। हुण पिंगला नहीं रवांगा, हुण अपनी इज्जत आबरू दी राखी मैं आप करांगा। ये जो दो धारा खंडा बेकार पड़ा था, उतर जाएगा जंग जो इस पे चढ़ा था। पहले तो तकदीर भी झुकती थी शमशीर, पहले तो शमशीर भी झुकती थी तकदीर के आगे, अब तकदीर भी झुकेगी मेरी शमशीर के आगे। ओ इसे धरती दे योधिया फिर हाथ विच शमशीर फड़ के आपदी तकदीर आप लिखी, ते तकदीर इदां दी लिखी, ओ जो हरगोबिंद साहब महाराज ने मीरी पीरी दी तलवारां पाईयां सी ते सिख नूं ओ किरपान धारण करन वास्ते हुक्म कीता सी। फिर उसे किरपान दे नाल जिथे उस खैबर दरे नूं बंद कीता, जिथों लोक चढ़ के आउंदे सन, उत्थे काबल दीयां कंधां तक सिखां दी हुकूमत दा जलवा डिगा। उत्थे लद्दाख दीयां पहाड़ियां तक सिखां दी हुकूमत पहुंची, उत्थे जमुना दे कंढे तक सिखां दी हुकूमत पहुंची। क्यों? क्योंकि गुरु दा संग माणिया, क्योंकि गुरु दे कोल आए। जदों सच्चे गुरु दे कोल आए फिर की हुंदा, पिंगल पर्बत पार। पर एक होर बेनती करां, तुसीं बड़े प्यारे बचन पढ़दे जी, क्योंकि अज दा शब्द जिहड़ा ना संगत दे गुण दा है। मैं तुहाडे नाल संगत दे असर दी गल कीती। तुसीं वेखो, पिंडां विच रहिंदे हो, शहरां विच रहिंदे हो, कोई गवांढ विच बच्चा माड़ा होए ना ते मां अपने बच्चे नूं ताकीद करदी आ, फलाणे बच्चे दे लागे ना खड़ी, क्यों? संगत माड़ी जी। संगत किसी दी भी हो सकदी आ, पर सत संगत, सच्चे दी संगत। तुसीं बचन बड़े तुहानूं चेते भी होणगे, बड़ी वार सुने भी होणगे, सत संगत कैसी जानी है जिथे एको नाम बखानी है। सत संगत की है? जिथे एक दे नाम दी गल चले, एक दे नाम दी विचार होवे, एक नाल जुड़न दी गल चले, वो है सत संगत। ते बिना भागां तो सत संगत मिलदी भी नहीं जी। बिन भागा सत संग ना लभै, बिन संगत मैल भरी जाए जी। वड्डियां भागां तो बिना संगत नहीं जे मिलदी, ते संगत तो बिना मैल भर जांदी विकारां दी, फिर वो चढ़नी बड़ी औखी घाटी। फिर धुपेगा किथे? एक होर बेनती करदा जावां, जे मैल लगी जाए हुण धुपनी किथे आ? ते सतगुरु कहंदे, मोत पलीती कपड़ होए, दे साबून लईया ओ धोए, भरीया मत पापां कै संग ओ धुपै नामै कै रंग। नाम दे रंग नाल ओ धुपेगी, नाम दी किरपा दे नाल ओ मैल जिहड़ी आ ना साडी ओ धुप जाएगी। ते सतगुरु कहंदे, प्यारिया, गुरु दी संगत तो वड्डा होर सबाबी कोई नहीं, होर अपने जीवन दा भला ही कोई नहीं। इस करके गुरु दी संगत करनी चाहिदी आ। ते संगत दा गुण सतगुरु दसदे ने, पिंगला बंदा भी पहाड़ियां चढ़ जांदा है। पिंगल पर्बत पार परे, खल चतुर बकीता। जिहड़ा खल हुंदा ना वो मूर्ख है। मूर्ख बंदा भी सियाणा वक्ता बन जांदा है, बोलण वाला बन जांदा है। जिहड़ा अनजान जिहा ना मूर्ख जिहा, जिन्हें कदे कोई गल नहीं कीती, जिन्हों बोलना नहीं आउंदा, जदों वो गुरु दे दर ते रहमत पाउंदा वा ना, गुरु नाल जुड़दा वा, गुरु दी संगत करदा आ, फिर वो सियाणा वक्ता बन जांदा है। ते मैं एक बेनती करां, गुरु नानक साहब दे घर तो पहला ना ते किसी नूं बोलण दिता जांदा, रब दा ना वेखो 4 हिस्सिਆਂ ਵਿੱਚ ਵੰਡਿਆ ਸੀ। ਅੱਜ ਵੀ जो ਵਰਤਾਰਾ ਤੁਸੀਂ ਵੇਖ ਰਹੇ ਹੋ ਨਾ, ਉਸੇ ਦਾ ਇੱਕ ਛੋਟਾ ਜਿਹਾ ਹਿੱਸਾ ਜੇ। ਉਸ ਵਰਤਾਰੇ ਨੂੰ ਦੁਬਾਰਾ ਲਿਆਉਣ ਦੀ ਸਾਰੀ ਕਵਾਇਦ ਕੀਤੀ ਜਾ ਰਹੀ। ਅੱਜ ਵੀ ਜੋ ਤੁਸੀਂ ਵੇਖਦੇ ਹੋ ਹਾਲਾਤ, ਉਹ ਹੋਰ ਕੋਈ ਨਹੀਂ। ਉਹ ਜਿਹੜਾ ਵਰਤਾਰਾ ਸੀ ਨਾ, ਜਿੱਥੋਂ ਬਾਬੇ ਨਾਨਕ ਨੇ ਕੱਢ ਕੇ ਕਿਹਾ ਸੀ, ਏਕ ਪਿਤਾ ਏਕ ਸਕੇ ਹਮ ਬਾਰਕ, ਜਿੱਥੋਂ ਸਾਰਿਆਂ ਦੀ ਬਰਾਬਰਤਾ ਦੀ ਗੱਲ ਕੀਤੀ ਸੀ, ਅੱਜ ਫੇਰ ਉਸ ਵਰਤਾਰੇ ਨੂੰ ਤੋੜ ਕੇ, ਡਿਸਟਰਬ ਕਰਕੇ ਤੇ ਦੁਬਾਰਾ ਫਿਰ ਉਹ ਵਰਤਾਰਾ ਲਿਆਣਾ ਚਾਹੁੰਦੇ ਨੇ, ਜਿਸ ਵਰਤਾਰੇ ਦੇ ਨਾਲ ਫਿਰ ਉਦਾਂ ਦੇ ਖਲ ਬਣ ਜਾਣ, ਫਿਰ ਉਦਾਂ ਇੱਕੋ ਹੀ ਤਬਗਾ ਹੋਵੇ ਜਿਹੜਾ ਸਿਰਫ ਗੱਲ ਕਰ ਸਕੇ, ਰੱਬ ਦੀ ਦੂਜਿਆਂ ਨੂੰ ਕੋਈ ਅਧਿਕਾਰ ਨਾ ਹੋਵੇ। ਇਹ ਸਾਰੀ ਸੋਚ ਉਸੇ ਦਾ ਇੱਕ ਹਿੱਸਾ ਵਾ। ਉਹਨੂੰ ਇੰਪਲੀਮੈਂਟ ਕਰਨ ਵਾਸਤੇ ਉਹਦੀਆਂ ਵੱਖ-ਵੱਖ ਤਰੀਕੇ ਨਾਲ ਜਿਹੜੇ ਇਜਾਦ ਕੀਤੇ ਗਏ। ਇਹ ਸੰਗਤ ਦਾ ਅਸਰ ਸੀ ਨਾ, ਜਿਸ ਮਿੱਟੀ ਦੀ ਆਬੋ ਹਵਾ ਬਦਲ ਕੇ ਰੱਖ ਦਿੱਤੀ ਸੰਗਤ ਨੇ, ਗੁਰੂ ਨੇ,
ਗੁਰੂ ਦੇ ਨਾਲ ਜੁੜਨ ਦਾ, ਅੱਜ ਫੇਰ ਉਸੇ ਆਬੋ ਹਵਾ ਨੂੰ ਖਤਮ ਕਰਨ ਦਾ, ਉਸ ਸੰਗਤ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਕਦੇ ਡੇਰਿਆਂ ਦੀ ਰਾਹੀਂ, ਕਦੇ ਬਦਨਾਮ ਕਰਕੇ, ਕਦੇ ਕੋਈ ਐਲੀਗੇਸ਼ਨ ਲਾ ਕੇ। ਇਹ ਸਾਰਾ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ, ਇਹ ਜੜ੍ਹਾਂ ਨੇ ਉਸ ਚੀਜ਼ ਨੂੰ ਖਤਮ ਕਰਨ ਦੀਆਂ ਜਿਹੜੀਆਂ ਬਾਬੇ ਨਾਨਕ ਨੇ ਲਾਈਆਂ ਸੀ। ਪਰ ਖਿਆਲ ਕਰਿਓ, ਸਤਿਗੁਰੂ ਬਾਣੀ ਦਾ ਬਚਨ ਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਤ ਹੈ। ਇਹ ਖਤਮ ਨਹੀਂ ਜੇ ਹੋਣਾ। ਜੋ ਗੁਰੂ ਨਾਨਕ ਦੀ ਵਿਚਾਰ ਆ ਨਾ, ਉਹ ਮੁੱਕ ਨਹੀਂ ਜੇ ਜਾਣੀ। ਸਤਿਗੁਰੂ ਸਾਹਿਬ ਦੀ ਮਾਫ ਕਰਿਓ ਵਿਚਾਰ ਜਿਹੜੀ ਆ ਉਹ ਮੁੱਕਣ ਵਾਲੀ ਨਹੀਂ। ਲੱਖਾਂ ਯਤਨ ਹੋਏ ਮਾਰਨ ਦੇ, ਵੱਢਣ ਦੇ, ਟੁੱਕਣ ਦੇ, ਡਰਾਉਣ ਦੇ, ਅਨੇਕਾਂ ਯਤਨ। ਕੱਲ ਦਾ ਦਿਹਾੜਾ ਸੀ ਨਾ, ਮੈਂ ਬੇਨਤੀ ਕਰਾਂ, ਭਾਈ ਸ਼ਬੇਗ ਸਿੰਘ ਸ਼ਾਹਬਾਜ ਸਿੰਘ ਦਾ ਨਾ ਸ਼ਹੀਦੀ ਦਿਹਾੜਾ ਸੀ। ਹੁਣ ਗੱਲ ਕੀ ਸੀ? ਗੱਲ ਇਹ ਸੀ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਛੱਡ ਦਿਓ, ਸਾਡੇ ਨਾਲ ਰਲ ਜਾਓ। ਅੱਜ ਵਾਂਗਰਾ ਡਰਾਉਣ ਦਾ ਕਾਰਨ ਇਹੀ ਆ। ਉੱਥੇ ਭਾਈ ਸ਼ਬੇਗ ਸਿੰਘ ਸ਼ਾਹਬਾਜ ਸਿੰਘ ਦੋਵੇਂ ਪਿਓ ਪੁੱਤਰ ਨੇ। ਕਾਜ਼ੀ ਚਾਹੁੰਦਾ ਵੀ ਸ਼ਬੇਗ ਸਿੰਘ ਦਾ ਪੁੱਤਰ ਸ਼ਾਹਬਾਜ ਸਿੰਘ ਮੇਰੀ ਧੀ ਨਾਲ ਨਿਕਾਹ ਕਰ ਲਏ ਤੇ ਮੇਰਾ ਧਰਮ ਇਸਲਾਮ ਕਬੂਲ ਕਰੇ। ਨਹੀਂ ਮੰਨਿਆ ਤੇ ਐਲੀਗੇਸ਼ਨ ਲਾਇਆ ਵੀ ਸਾਡੇ ਇਹਨਾਂ ਨੇ ਧਰਮ ਦੀ, ਹਜ਼ਰਤ ਸਾਹਿਬ ਦੀ ਤੋਹੀਨ ਕੀਤੀ ਹੈ। ਸਰਕਾਰ ਉਹਨਾਂ ਦੀ ਸੀ, ਜਦੋਂ ਮਰਜ਼ੀ ਬਹਾਨੇ ਘੜ ਲਏ ਜਾਣ। ਅੱਜ ਵਾਂਗਰਾ ਸਾਰਾ ਕੁਝ ਬਣ ਹੀ ਜਾਂਦਾ, ਸਾਰੇ ਪ੍ਰੂਫ ਵੀ ਤਿਆਰ ਹੋ ਜਾਂਦੇ ਨੇ ਤੇ ਕਈ ਵਾਰ ਹਾਸ ਹੋਈ ਨਹੀਂ ਸਥਿਤੀ ਵੀ ਬਣ ਜਾਂਦੀ ਹੈ, ਜਿੱਦਾਂ ਆ ਅੱਜ ਦੇ ਦਿਨਾਂ 'ਚ ਚੱਲ ਰਹੀ ਹੈ। ਖੈਰ, ਭਾਈ ਸ਼ਬੇਗ ਸਿੰਘ ਸ਼ਾਹਬਾਜ ਸਿੰਘ ਮੰਨੇ ਨਹੀਂ ਤੇ ਹੁਕਮ ਹੋਇਆ ਵੀ ਇਹਨਾਂ ਮੰਨਦੇ ਨਹੀਂ ਸਾਡੀ ਗੱਲ, ਸਾਡੇ ਨਾਲ ਤੁਰਦੇ ਨਹੀਂ, ਇਹਨਾਂ ਨੂੰ ਮੁਕਾ ਹੀ ਦਿਓ। ਜਿਹੜਾ ਸਾਡੇ ਗੱਲ ਨਾ ਮੰਨੇ, ਸਾਡੇ ਨਾਲ ਤੁਰੇ ਨਾ ਤੁਰੇ, ਤੇ ਉਹਨੂੰ ਮੁਕਾ ਦਿਓ। ਸ਼ਾਇਦ ਇਹ ਹੌਲੀ ਹੌਲੀ ਡਰ ਕੇ ਖਤਮ ਹੋ ਜਾਣਗੇ। ਭਾਈ ਸ਼ਾਹਬਾਜ ਸਿੰਘ ਤੇ ਸ਼ਬੇਗ ਸਿੰਘ ਦੋਵੇਂ ਪਿਓ ਪੁੱਤਰ ਨੇ। ਹੁਕਮ ਹੋਇਆ ਇਹਨਾਂ ਨੂੰ ਚਰਖੜੀਆਂ ਤੇ ਚੜਾ ਕੇ ਤੇ ਤੁੰਬਾ ਉਡਾ ਦਿਓ। ਤੇ ਮੈਂ ਇੱਕ ਬੇਨਤੀ ਕਰਾਂ, ਸ਼ਾਹਬਾਜ ਸਿੰਘ ਨੂੰ ਚਰਖੜੀ ਤੇ ਬੰਨਿਆ ਤੇ ਪਿਤਾ ਸ਼ਬੇਗ ਸਿੰਘ ਨੂੰ ਸਵਾਲ ਕੀਤਾ ਕਾਜ਼ੀ ਨੇ, ਕਹਿੰਦਾ ਤੇਰਾ ਇੱਕੋ ਇੱਕ ਪੁੱਤਰ ਹੈ, ਦੁਨੀਆ ਪੁੱਤਰਾਂ ਵਾਸਤੇ ਤੁਰੀ ਫਿਰਦੀ ਆ, ਭੱਜੀ ਫਿਰਦੀ ਆ, ਤੇਰਾ ਇੱਕੋ ਇੱਕ ਪੁੱਤਰ ਹੈ, ਜੇ ਇਹ ਵੀ ਸ਼ਹੀਦ ਹੋ ਗਿਆ, ਇਹ ਵੀ ਮਰ ਗਿਆ, ਤੇ ਤੇਰੇ ਕੋਲ ਕੀ ਰਹਿ ਜਾਣਾ? ਤੇਰੀ ਕੋਲੀ ਖਤਮ ਹੋ ਜਾਣੀ ਆ। ਤੇ ਜਿਨ੍ਹਾਂ ਸਿਰ ਤੇ ਕਫਨ ਬੱਧਾ ਹੁੰਦਾ ਉਹ ਜਵਾਬ ਪਤਾ ਕੀ ਦਿੰਦੇ ਨੇ? ਉਹ ਸ਼ਬੇਗ ਸਿੰਘ ਦੱਸਦੇ ਨੇ, ਕਹਿੰਦੇ ਪਿਆਰਿਆ ਖਿਆਲ ਕਰੀ, ਮੇਰੇ ਗੁਰੂ ਦੇ 4 ਪੁੱਤਰ ਸੀ, ਉਹਨੇ ਇੱਕ ਵੀ ਕੋਲ ਨਹੀਂ ਰੱਖਿਆ, ਉਹਦੀ ਕੁੱਲ ਨਹੀਂ ਮੁੱਕੀ, ਉਹਦੀ ਕੁੱਲ ਅੱਜ ਵੀ ਜਿਉਂਦੀ ਜੀ। ਸਤਿ ਸ੍ਰੀ ਅਕਾਲ। 4 ਪੁੱਤਰ ਵਾਰ ਕੇ ਵੀ ਉਸ ਦੀ ਕੁੱਲ ਜਿਉਂਦੀ ਆ, ਕਿਉਂਕਿ ਉਸ ਬਾਪੂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ। ਇਹ ਵੀ ਤੇ ਸੰਗਤ ਦਾ ਹੀ ਸੀ ਨਾ, ਜਿਹੜਾ ਗੁਰੂ ਨਾਲ ਜੁੜਿਆ, ਗੁਰੂ ਨੇ ਉਹਨੂੰ ਆਪਣਾ ਪੁੱਤਰ ਹੀ ਬਣਾ ਲਿਆ, ਗੁਰੂ ਨੇ ਉਹਨੂੰ ਆਪਣਾ ਅੰਗ ਹੀ ਬਣਾ ਲਿਆ, ਆਪਣਾ ਹਿੱਸਾ ਹੀ ਬਣਾ ਲਿਆ, ਆਪਣਾ ਰੂਪ ਹੀ ਦੇ ਦਿੱਤਾ। ਹੁਣ ਸ਼ਬੇਗ ਸਿੰਘ ਕਹਿੰਦਾ ਹਮ ਕਾਰਨ, ਧਿਆਨ ਨਾਲ ਸੁਣੀ, ਮੇਰੇ ਵਾਸਤੇ। ਜੇ ਸਾਰੇ ਅਸੀਂ ਇਹ ਸੋਚਣ ਲੱਗ ਜਾਈਏ ਨਾ, ਤੇ ਸਿੱਖੀ ਨੂੰ ਆਪਾਂ ਚੜ੍ਹਦੀ ਕਲਾ ਵਿੱਚ ਲਿਜਾ ਸਕਦੇ ਆ। ਅੱਜ ਵੀ ਚੜ੍ਹਦੀ ਕਲਾ 'ਚ ਹੀ ਆ, ਪਰ ਉਹਨੂੰ ਹੋਰ ਚੜ੍ਹਦੀ ਕਲਾ ਵਿੱਚ ਲਿਜਾ ਸਕਦੇ ਕਿ ਨਾ? ਭਾਈ ਸ਼ਬੇਗ ਸਿੰਘ ਕਹਿੰਦੇ ਹਮ ਕਾਰਨ, ਮੇਰੇ ਵਾਸਤੇ, ਮੇਰੇ ਕਰਕੇ ਗੁਰ ਕੁੱਲ ਗਵਾਈ। ਗੁਰੂ ਨੇ ਆਪਣੇ 4 ਪੁੱਤਰ ਕੁਰਬਾਨ ਕਰ ਦਿੱਤੇ, ਉਹ ਮੇਰੇ ਕੋਲ ਇੱਕ ਅੱਜ ਮੈਂ ਅੱਜ ਉਹ ਬਚਾ ਕੇ ਲੈ ਗਿਆ। ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੈ ਕਵਣ ਵਡਾਈ। ਜੇ ਮੈਂ ਇੱਕੋ ਵੀ ਬਚਾ ਲਿਆ ਤੇ ਇਹਦੇ ਵਿੱਚ ਕਿਹੜੀ ਵਡਿਆਈ ਹੋਏਗੀ? ਸਗੋਂ ਮੈਨੂੰ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਅੱਜ ਤੇ ਮੌਕਾ ਬਣਿਆ, ਮੇਰੇ ਬਾਪੂ ਨੇ 4 ਵਾਰੇ ਸੀ, ਉਸਦੇ ਨਕਸ਼ੇ ਕਦਮ ਤੇ ਚੱਲਦਿਆ ਇੱਕੋ ਹੀ ਆ, ਉਹ ਵੀ ਵਾਰ ਕੇ ਦੇਖ ਲਾਂ ਵੀ ਉਹ ਚਮਕੌਰ ਦੀ ਗੜੀ ਦਾ ਅਹਿਸਾਸ ਕਿੱਦਾਂ ਦਾ ਹੋਵੇਗਾ। ਉਹਨੇ ਇੱਕ ਵੀ ਕੁਰਬਾਨ ਕਰ ਦਿੱਤਾ। ਕਹਿੰਦਾ ਵੀ ਰੱਖਣਾ ਨਹੀਂ ਲਕੋ, ਬਚਾ ਕੇ ਨਹੀਂ ਰੱਖਣਾ। ਕਾਰਨ ਕੀ ਸੀ? ਵੀ ਇਹ ਵਿਚਾਰ ਜਿਹੜੀ ਆ ਨਾ, ਮਰਜੀਵੜਿਆਂ ਵਾਲੀ, ਯੋਧਿਆਂ ਵਾਲੀ, ਅੜ ਕੇ ਖਲੋਣ ਵਾਲਿਆਂ ਵਾਲੀ, ਇਹਨੂੰ ਮੁਕਾਉਣਾ ਜੇ, ਇਹੋ ਚੁਭਦੀ ਜੇ। ਇਸੇ ਨੂੰ ਮੁਕਾਉਣ ਵਾਸਤੇ ਵਾਰ-ਵਾਰ ਜਿਹੜੇ ਨੇ ਉਹ ਯਤਨ ਹੁੰਦੇ ਨੇ। ਖਲ ਚਤਰ ਬਕੀਤਾ ਮੈਂ ਬੇਨਤੀ ਕਰ ਰਿਹਾ ਸੀ, ਆਮ ਜਿਹਾ ਬੰਦਾ ਜਿਹਨੂੰ ਲੋਕ ਮੂਰਖ ਆਂਦੇ ਨੇ, ਉਹ ਵੀ ਸਿਆਣਾ ਬਣ ਜਾਂਦਾ, ਵਕਤਾ ਬਣ ਜਾਂਦਾ। ਪੰਜੋਖਰਾ ਸਾਹਿਬ ਦੀ ਸਾਖੀ ਤੁਸੀਂ ਸਾਰੀ ਸੁਣੀ ਹੋਈ। ਸਤਿਗੁਰੂ ਕਹਿੰਦੇ ਇਹ ਸੰਗਤ ਦਾ ਗੁਣ ਹੈ।
ਅੰਦੁਲੇ ਤ੍ਰਿਭਾਵਨ ਸੂਝਿਆ ਗੁਰ ਭੇਟ ਪੁਨੀਤਾ। ਅੰਦਲੇ ਤ੍ਰਿਭਵਨ ਸੂਝਿਆ, ਅੰਨੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ। ਤਿੰਨ ਭਵਨ ਕੋਈ ਹੋਰ ਨਹੀਂ, ਉਹ ਹੈ ਸਾਡਾ ਪਾਸਟ, ਪ੍ਰੈਜ਼ੈਂਟ ਤੇ ਫਿਊਚਰ, ਲੰਘਿਆ, ਹੋਣ ਵਾਲਾ ਤੇ ਅਖੀਰਲਾ। ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਨਾ, ਜਿਹੜਾ ਸਤਿਗੁਰੂ ਦੀ ਬਾਣੀ ਪੜ੍ਹਦਾ, ਆਪਣੇ ਇਤਿਹਾਸ ਨੂੰ ਵਾਚਦਾ ਆ, ਇਤਿਹਾਸ ਪੜ੍ਹਦਿਆਂ, ਬਾਣੀ ਪੜ੍ਹਦਿਆਂ ਉਹਨੂੰ ਪਤਾ ਲੱਗ ਜਾਂਦਾ ਵੀ ਪਿੱਛੇ ਸਾਡੇ ਨਾਲ ਕੀ ਵਾਪਰਿਆ, ਹੁਣ ਕੀ ਚੱਲ ਰਿਹਾ ਤੇ ਅਗਾਂਹ ਕੀ ਵਾਪਰੇਗਾ। ਉਹ ਸਾਰਾ ਕੁਝ, ਉਹ ਤਿੰਨਾਂ ਜਿਹੜੇ ਸਮੇਂ ਆ ਨਾ, ਉਹਨਾਂ ਨੂੰ ਵੇਖਣ ਦੇ ਸਮਰੱਥ ਬਣ ਜਾਂਦਾ। ਉਹਦੀ ਸੋਚ ਵੱਧ ਜਾਂਦੀ ਹੈ, ਉਹਦੀ ਸੋਚ ਵੱਡੀ ਹੋ ਜਾਂਦੀ ਆ। ਕਦੋਂ? ਜਦੋਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦਾ ਤੇ ਫਿਰ ਉਹਨੂੰ ਸਾਰਾ ਕੁਝ ਸਪਸ਼ਟ ਦਿਸਣਾ ਸ਼ੁਰੂ ਹੋ ਜਾਂਦਾ। ਫਿਰ ਉਹਨੂੰ ਕੋਈ ਠੱਗ ਵੀ ਨਹੀਂ ਸਕਦਾ। ਸੰਗਤ ਜੀ, ਫਿਰ ਉਹ ਠੱਗਿਆ ਵੀ ਨਹੀਂ ਜਾਂਦਾ। ਕਿਉਂ? ਕਿਉਂਕਿ ਜੇ ਮੇਰੇ ਵਰਗਾ ਆ ਕੇ ਉਹਦੇ ਸਾਹਮਣੇ ਖਲੋ ਕੇ ਮਿੱਠੀਆਂ ਜੀਆਂ ਗੱਲਾਂ ਕਰੇ ਉਹਨੂੰ ਭਰਮਾਉਣ ਵਾਸਤੇ, ਉਹਨੂੰ ਪਤਾ ਲੱਗ ਜਾਂਦਾ ਚਿਹਰਾ ਵੇਖ ਕੇ ਵੀ ਇਹ ਕਹਿਣਾ ਕੀ ਚਾਹੁੰਦਾ ਆ, ਇਹਦੇ ਅੰਦਰ ਕੁਝ ਹੋਰ ਆ ਤੇ ਬਾਹਰ ਕੁਝ ਹੋਰ ਆ। ਪਤਾ ਲੱਗ ਜਾਂਦਾ, ਉਹਦਾ ਚਿਹਰਾ ਵੇਖ ਕੇ ਉਹ ਪੜ੍ਹ ਲੈਂਦਾ ਵੀ ਇਹ ਕਿੱਦਾਂ ਦਾ ਹੋਏਗਾ। ਸਤਿਗੁਰੂ ਇੰਨੀ ਕੁ ਮੱਤ ਦਿੰਦਾ ਜੇ, ਸਤਿਗੁਰੂ ਕਿਰਪਾ ਇਹ ਕਰਦੇ ਨੇ ਵੀ ਆਮ ਜੇ ਇਨਸਾਨ ਨੂੰ ਬੜੀ ਸੋਹਣੀ ਸਮਝ ਵਾਲਾ ਬਣਾ ਦਿੰਦੇ ਨੇ। ਭਾਈ ਗੁਰਦਾਸ ਦਾ ਨਾ ਇੱਕ ਬਚਨ ਜੇ, ਉਹ ਕਹਿੰਦੇ ਵੇਖੋ, ਗੁਰੂ ਦੀ ਸਿੱਖੀ, ਗੁਰੂ ਦੀ ਗੱਲ ਸੁਣ ਸੁਣ ਕੇ ਸਿੱਖ ਕਿੱਡਾ ਸਿਆਣਾ ਬਣ ਜਾਂਦਾ ਹੈ। ਗੁਰ ਸਿੱਖੀ, ਗੁਰ ਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਉਹ ਅੰਦਰੋਂ ਇੱਕਦਮ ਸਿਆਣਾ ਬਣ ਜਾਂਦਾ, ਬਾਹਰੋਂ ਵੇਖਣ ਨੂੰ ਲੱਗਦਾ ਵੀ ਬੜਾ ਭੋਲਾ ਜਿਹਾ ਹੈ, ਪਰ ਉਹ ਅੰਦਰੋਂ ਪੂਰਾ ਸਿਆਣ ਹੈ। ਤ੍ਰਿਕਾਲਦਰਸ਼ੀ ਜਿਹਨੂੰ ਆਂਦੇ ਆ ਨਾ, ਵੀ ਤਿੰਨਾਂ ਸਮਿਆਂ ਦੀ ਜਾਣਨ ਵਾਲਾ ਹੈ। ਉਹ ਧਿਆਨ ਰੱਖਦਾ, ਸਾਨੂੰ ਲੋੜ ਨਹੀਂ ਉਹਨਾਂ ਦੀ। ਅੱਜ ਜਾ ਕੇ ਪਿੱਛੇ ਜੇ ਬਾਬਾ ਆਇਆ ਨਾ ਵੀ ਮੈਂ ਤੇਰੇ ਮਨ ਦੀ ਗੱਲ ਬੁੱਝ ਲੈਣਾ, ਦੱਸ ਦੇਣਾ, ਤੇ ਉਹ ਕੁੜੀ ਕੁਰਬਾਨ ਜਾਈਏ ਵੀ ਉਹ ਨੌਜਵਾਨ ਭੈਣ ਨੇ, ਉਸ ਬੱਚੀ ਨੇ ਲਾਈਵ ਹੋ ਕੇ ਨਿਊਜ਼ ਚੈਨਲ ਦੇ ਉੱਤੇ ਦੱਸ ਦਿੱਤਾ ਵੀ ਇਹ ਕੋਈ ਰੱਬ ਨਹੀਂ, ਇਹ ਤੇ ਮਾਈਂਡ ਰੀਡਰ ਆ, ਲੋਕਾਂ ਦਾ ਦਿਮਾਗ ਪੜ੍ਹ ਲੈਣ ਵਾਲਾ। ਜੋ ਅਸੀਂ ਬੋਲਦੇ ਆ ਉਹ ਇਹ ਚੀਜ਼ਾਂ ਪੜ੍ਹ ਲੈਂਦਾ। ਉਹਨੇ ਫੋਨ ਤੇ ਵੀ ਲੋਕਾਂ ਦੇ ਦਿਮਾਗ ਜਿਹੜੇ ਸੀ ਉਹ ਪੜ੍ਹ ਕੇ ਜੋ ਸੋਚਦੇ ਆ ਉਹ ਗੱਲ ਲੋਕਾਂ ਦੇ ਸਾਹਮਣੇ ਰੱਖੀ। ਇਹ ਕੋਈ ਕਰਾਮਾਤ ਨਹੀਂ ਆ, ਇਹ ਸਿਰਫ ਇੱਕ ਵਿਦਿਆ ਵਾ। ਜਿਹਨੇ ਉਸ ਵਿਦਿਆ ਨੂੰ ਗ੍ਰਹਿਣ ਕੀਤਾ ਤੇ ਉਹ ਤੁਰ ਪੈਂਦਾ। ਪਰ ਆਮ ਲੋਕ ਨਾ ਵਿਚਾਰੇ, ਜਿਨ੍ਹਾਂ ਬਾਣੀ ਨਹੀਂ ਪੜ੍ਹੀ ਹੁੰਦੀ, ਉਹ ਫਿਰ ਠੱਗੇ ਜਾਂਦੇ। ਜਿਹੜੇ ਤੇ ਗੁਰੂ ਨਾਲ ਜੁੜੇ ਹੋਇਆ ਉਹਨਾਂ ਨੂੰ ਤੇ ਪਤਾ ਵੀ ਇਦਾਂ ਦੇ ਢੋਂਗ ਕਰਨ ਵਾਲੇ ਬੜੇ ਆਏ। ਇਦਾਂ ਦਾ ਇੱਕ ਜਗਨਨਾਥਪੁਰੀ ਵੀ ਬੈਠਾ ਸੀ ਨਾ, ਜਦੋਂ ਗੁਰੂ ਨਾਨਕ ਸਾਹਿਬ ਗਏ, ਉਹ ਵੀ ਬੈਠਾ ਸੀ, ਉਹਦੇ ਅੱਗੇ ਲੋਟਾ ਪਿਆ ਪੈਸਿਆਂ ਵਾਲਾ, ਤੇ ਲੋਕ ਆ ਕੇ ਬੈਠੀ ਜਾਂਦੇ, ਪੈਸੇ ਪਾਈ ਜਾਂਦੇ ਉਹਦੇ ਵਿੱਚ। ਹੁਣ ਉਹ ਸਿੱਕਿਆਂ ਦੀ ਜਿਹੜੀ ਛਣਕਾਰ ਆ, ਉਹਦੀ ਆਵਾਜ਼ ਕੰਨਾਂ ਤੱਕ ਪਹੁੰਚਦੀ। ਉਹ ਬੈਠਾ, ਅੱਖਾਂ ਬੰਦ ਨੇ ਵੀ ਮੈਨੂੰ ਤਿੰਨ ਤਿੰਨ ਜਿਹੜੀਆਂ ਪੁਰੀਆਂ ਦਿਸ ਰਹੀਆਂ, ਤੇ ਲੋਕ ਇਸ ਆਸ ਤੇ ਬੈਠੇ ਸੀ ਵੀ ਹੁਣ ਸਾਨੂੰ ਵੀ ਉਹਨਾਂ ਤਿੰਨਾਂ ਪੁਰੀਆਂ ਦੇ ਦਰਸ਼ਨ ਹੋਣਗੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਉਹਨਾਂ ਦਾ ਪਾਜ ਉਘੇੜਨ ਵਾਸਤੇ ਬਾਬੇ ਮਰਦਾਨੇ ਨੂੰ ਇਸ਼ਾਰਾ ਕੀਤਾ, ਲੋਟਾ ਚੁੱਕਿਆ ਤੇ ਇੱਕ ਬੰਨੇ ਲਕੋ ਦਿੱਤਾ। ਹੁਣ ਜਦੋਂ ਥੋੜੀ ਜੀ ਦੇਰ ਹੋਈ, ਨਵਾਂ ਸਿੱਕਾ ਡਿੱਗਣ ਦੀ ਆਵਾਜ਼ ਕੰਨਾਂ ਤੱਕ ਪਹੁੰਚੀ ਨਹੀਂ, ਅੱਖਾਂ ਖੁੱਲ ਗਈਆਂ, ਸਾਹਮਣੇ ਲੋਟਾ ਗਾਇਬ ਆ, ਤੇ ਫਿਰ ਚੜ ਗਿਆ ਕ੍ਰੋਧ ਦੀ ਪਹਾੜੀ ਤੇ, ਭਸਮ ਕਰ ਦਿਆਂਗਾ ਮੈਂ ਰਹਿਣ ਕੁਝ ਨਹੀਂ ਦਿਆਂਗਾ। ਲੋਕ ਹੈਰਾਨ ਵੀ ਇਹਨੂੰ ਕੀ ਹੋ ਗਿਆ। ਤੇ ਸਤ ਕਹਿਣ ਲੱਗਾ, ਕਹਿੰਦਾ ਜਿੰਨੇ ਮੇਰਾ ਲੋਟਾ ਚੁੱਕਿਆ ਛੇਤੀ ਨਾਲ ਅੱਗੇ ਲਿਆ ਕੇ ਰੱਖ ਦੇ, ਨਹੀਂ ਤੇ ਮੈਂ ਕੁਝ ਨਹੀਂ ਰਹਿਣ ਦਿਆਂਗਾ, ਮੈਂ ਬੰਤਰ ਪੜਾਂਗਾ, ਸਾੜ ਕੇ ਸਵਾਹ ਕਰ ਦਿਆਂਗਾ। ਅੱਜ ਵੀ ਇਦਾਂ ਹੀ ਹੋ ਰਿਹਾ ਜੀ, ਅੱਜ ਵੀ ਇਦਾਂ ਹੀ ਹੋ ਰਿਹਾ। ਫਲਾਣਾ ਬਾਬਾ ਬੜਾ ਸਿਆਣਾ ਜੇ, ਉਹਨੇ ਧਾਗਾ ਦਿੰਦਾ। ਆ ਤੁਹਾਡੇ ਲਾਗੇ ਪਟਿਆਲੇ 'ਚ ਵੀ ਹੈਗੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਧਾਗੇ ਵੰਡੀ ਜਾਂਦੇ। ਇਸ ਤੋਂ ਮਾੜੀ ਗੱਲ ਕੀ ਹੋਏਗੀ? ਜਿਹੜਾ ਬਾਪੂ ਧਾਗਿਆ ਤਵੀਤਾ ਤੋਂ ਰੋਕਦਾ, ਉਹਦੀ ਹਜ਼ੂਰੀ ਵਿੱਚ ਲੋਕ ਧਾਗੇ ਵੰਡਣ ਨੂੰ ਬੈਠੇ ਹੋਏ। ਉਹਨਾਂ ਨੂੰ ਸਾਧ ਨਹੀਂ ਨਾ ਆਖੋਗੇ। ਸਾਧ ਅਸਾਧ ਪਰਖੀਅਨ ਕਰਤੂਤ ਸੁਭਾਗੈ। ਸਾਧ ਤੇ ਅਸਾਧ ਦਾ ਪਤਾ ਉਹਦੀਆਂ ਗੱਲਾਂ ਤੋਂ ਲੱਗੇਗਾ, ਉਹਦੇ ਬੋਲਣ ਤੋਂ ਲੱਗੇਗਾ ਵੀ ਇਹ ਸਾਧ ਹੈ ਕਿ ਅਸਾਧ ਹੈ। ਉਹਦੇ ਜਿਹੜੇ ਕਰਮ ਨੇ ਨਾ ਉਹ ਦੱਸਣਗੇ। ਧਾਗੇ ਵੰਡਣ ਵਾਲਾ ਸਾਧ ਨਹੀਂ ਹੋ ਸਕਦਾ, ਲੋਕਾਂ ਨੂੰ ਪਰਾਏ ਪਾਉਣ ਵਾਲਾ ਸਾਧ ਨਹੀਂ ਜੀ ਹੋ ਸਕਦਾ। ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੋਹਣਾ ਜਿਹਾ ਜੀਵਨ ਦਿੱਤਾ ਹੈ, ਵਧੀਆ ਜੀਵਨ ਦਿੱਤਾ ਵੀ ਆਹ ਜੀਵਨ ਮਿਲਿਆ, ਮੌਕਾ ਨਾ ਖੁੰਝਾ ਦੇਈਂ, ਗੁਰੂ ਦੀ ਗੱਲ ਸੁਣੀ, ਗੁਰੂ ਦੀ ਗੱਲ ਨਾਲ ਜੁੜੀ। ਹੁਣ ਉਹ ਬੈਠਾ ਸੀ,
ਆਵਾਜ਼ ਆਈ ਨਹੀਂ, ਅੱਖਾਂ ਖੋਲੀਆਂ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਵੀ ਤੈਨੂੰ ਤੇ ਤਿੰਨ ਤਿੰਨ ਲੋਕ ਦਿਸਦੇ ਨੇ, ਲੋਟਾ ਤੇ ਆ ਤੇਰੇ 10-20 ਮੀਟਰ ਦੇ ਦਾਇਰੇ 'ਚ ਹੋਏਗਾ, ਇਸ ਤੋਂ ਵੱਧ ਤਾਂ ਨਹੀਂ। ਤੈਨੂੰ ਤਿੰਨ ਤਿੰਨ ਲੋਕ ਦਿਸਦੇ ਆ ਤੇ ਤੂੰ ਉਸੇ ਨਿਗਾਹ ਨਾਲ, ਉਸੇ ਨਜ਼ਰ ਨਾਲ ਆਪਣਾ ਲੋਟਾ ਲੱਭ ਲੈ। ਹੁਣ ਜਿਹੜੇ ਅੱਗੇ ਬੈਠੇ ਸੀ ਨਾ ਅੱਖਾਂ ਬੰਦ ਕਰਕੇ, ਵੀ ਇਹਨੂੰ ਤਿੰਨ ਲੋਕ ਦਿਸਦੇ ਨੇ ਤੇ ਸਾਨੂੰ ਵੀ ਦਰਸ਼ਨ ਕਰਾਏਗਾ, ਉਹ ਵੀ ਹੈਰਾਨ ਹੋ ਗਏ ਵੀ ਕਮਾਲ ਦੀ ਗੱਲ, ਆ ਬਾਬਾ ਤੇ ਤਿੰਨ ਤਿੰਨ ਲੋਕਾਂ ਦੇ ਇੱਥੇ ਬੈਠਾ ਹੀ ਦਰਸ਼ਨ ਕਰੀ ਜਾਂਦਾ ਸੀ ਤੇ ਸਾਨੂੰ ਕਰਾਉਣ ਦਾ ਵਾਅਦਾ ਕਰਦਾ ਸੀ, ਇਹਨੂੰ ਆਪਣਾ ਲੋਟਾ ਹੀ ਨਹੀਂ ਲੱਭਦਾ। ਗੁਰੂ ਨਾਨਕ ਸਾਹਿਬ ਨੂੰ ਕਹਿਣ ਦੀ ਲੋੜ ਨਹੀਂ ਪਈ, ਉੱਠ ਕੇ ਤੁਰ ਪਏ ਵੀ ਆ ਬਾਬਾ ਪਖੰਡੀ ਜੇ। ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਈ, ਉਹਨਾਂ ਨੇ ਬਸ ਤਰੀਕਾ ਲੋਟਾ ਚੁੱਕ ਕੇ ਲਕੋਇਆ ਤੇ ਲੋਕਾਂ ਨੂੰ ਸਮਝ ਆ ਗਈ ਵੀ ਸਾਰਾ ਪਖੰਡ ਹੋ ਰਿਹਾ। ਅੱਜ ਵੀ ਇਦਾਂ ਹੀ ਹੈ, ਜੇ ਪੈਸੇ ਨਾ ਮੱਥਾ ਟੇਕੋ ਬਾਬੇ ਨੂੰ ਤੇ ਬਾਬੇ ਦਾ ਹੱਥ ਸਿਰ ਤੇ ਵੀ ਨਹੀਂ ਆਉਂਦਾ। 500 ਦਾ ਮੱਥਾ ਟੇਕੋ ਤੇ ਬਾਬੇ ਦਾ ਫੱਟ ਹੱਥ ਸਿਰ ਤੇ ਜਾਏਗਾ, ਗਲ ਵੀ ਲਾਏਗਾ, ਤੁਹਾਡਾ ਚੁੱਕਿਆ ਹੋਇਆ ਬੱਚਾ ਵੀ ਗੋਦ ਵਿੱਚ ਭਾਲ ਲਏਗਾ। ਤੇ ਜੇ ਕੋਈ 10 ਰੁਪਏ ਦਾ ਮੱਥਾ ਟੇਕ ਕੇ ਵੇਖ ਲਿਓ, ਬਾਬਾ ਉਹਦੇ ਵੱਲ ਵੇਂਦਾ ਵੀ ਨਹੀਂ। ਇਦਾਂ ਹੀ ਹੋ ਰਿਹਾ ਨਾ ਅੱਜ। ਫਿਰ ਕਿਉਂ ਕਿਸੇ ਦੇ ਪਿੱਛੇ ਜਾਣਾ? ਫਿਰ ਉਹਦੇ ਕੋਲ ਜਾਈਏ ਜਿਹੜਾ ਗੁਰੂ ਨੂੰ ਮਿਲ ਕੇ ਅੰਦਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ, ਜਿਸ ਗੁਰੂ ਨੂੰ ਮਿਲ ਕੇ ਸਾਨੂੰ ਸਮਝ ਆ ਜਾਏ, ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਵੀ ਕਿਸੇ ਕੋਲ ਕੁਝ ਨਹੀਂ ਦੇਣ ਵਾਸਤੇ, ਰੱਬ ਹੀ ਦੇਣ ਵਾਲਾ। ਇਹ ਗੁਰੂ ਮੇਰਾ ਸੋਝੀ ਬਖਸ਼ਦਾ। ਤੇ ਮਿਲਦੀ ਸੋਝੀ ਕਦੋਂ ਆ? ਗੁਰ ਭੇਟ ਪੁਨੀਤਾ, ਗੁਰੂ ਨੂੰ ਮਿਲ ਕੇ ਫਿਰ ਹੁਣ ਪਵਿੱਤਰ ਹੋ ਗਿਆ। ਪਹਿਲਾਂ ਤੇ ਥਾਂ ਥਾਂ ਤੇ ਭਟਕਣ ਵਾਲਾ ਸੀ, ਜਣੇ ਖਣੇ ਅੱਗੇ ਹੱਥ ਅੱਡਣ ਵਾਲਾ ਸੀ। ਹੁਣ ਕੀ ਹੋਇਆ? ਗੁਰੂ ਨੂੰ ਮਿਲਿਆ। ਉਹ ਜਿਹੜਾ ਬੰਦਾ ਅੰਨਾ ਸੀ ਨਾ, ਜਿਹੜਾ ਥਾਂ ਥਾਂ ਤੇ ਬੈਠੇ ਰੱਬ ਮੰਨ ਕੇ ਤੇ ਉਹਨਾਂ ਅੱਗੇ ਮੱਥੇ ਟੇਕਦਾ ਸੀ, ਹੁਣ ਅੱਖਾਂ ਖੁੱਲ ਗਈਆਂ। ਉਸ ਅੰਨੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ। ਅੰਦਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ, ਗੁਰੂ ਨੂੰ ਮਿਲ ਕੇ ਤੇ ਉਹ ਪਵਿੱਤਰ ਹੋ ਗਿਆ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਐ ਮੇਰੇ ਪਿਆਰੇ ਵੀਰੋ ਭੈਣੋ, ਮੇਰੇ ਮਿੱਤਰੋ, ਸਤਿਗੁਰੂ ਕਹਿੰਦੇ ਮੇਰੇ ਮਿੱਤਰ ਜੀ। ਮੀਤਾ ਦਾ ਮਤਲਬ ਆ ਸੰਬੰਧੀ, ਮਿੱਤਰ, ਪਿਆਰ ਵਾਲਾ। ਤੇ ਗੁਰੂ ਉਹਨੂੰ ਕਹਿੰਦੇ ਨੇ ਸੰਬੰਧੀ, ਉਹਨੂੰ ਆਂਦੇ ਨੇ ਪਿਆਰ ਵਾਲਾ, ਉਹਨੂੰ ਆਪਣਾ ਆਂਦੇ ਨੇ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਉਹ ਮੇਰਾ ਭਰਾ ਜੇ, ਉਹ ਮੇਰਾ ਮਿੱਤਰ ਹੈ, ਰਿਸ਼ਤੇਦਾਰ ਹੈ, ਸੰਬੰਧੀ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ। ਤੇ ਸਤਿਗੁਰੂ ਕਹਿੰਦੇ ਸਾਧੂ ਸੰਗ ਦੀ, ਗੁਰੂ ਦੇ ਸੰਗ ਦੀ ਮਹਿਮਾ ਉਹ ਤੁਸੀਂ ਸੁਣਵਾ ਕਰੋ। ਮੈਲ ਖੋਈ ਕੋਟ ਅਗ ਹਰੀ, ਨਿਰਮਲ ਭਈ ਚੀਤਾ। ਗੁਰੂ ਦੀ ਸੰਗਤ ਕਰਨ ਦਾ ਅਸਰ ਕੀ ਹੋਇਆ? ਮੈਲ ਖੋਈ, ਮਨ ਦੀ ਜਿਹੜੀ ਮੈਲ ਸੀ ਨਾ ਉਹ ਦੂਰ ਹੋ ਗਈ। ਮਨ ਦੀ ਮੈਲ ਜਾਂਦੀ ਰਹੀ, ਕਿਉਂਕਿ ਗੁਰੂ ਜਿਹੜਾ ਨਾ ਉਹ ਗੁਰੂ ਮਨ ਦੀ ਮੈਲ ਹੀ ਤੇ ਧੋਣ ਆਇਆ ਸੀ। ਸਾਡੇ ਮਨਾਂ ਦੇ ਝਗੜੇ ਤੇ ਨਿਬੇੜਨ ਵਾਸਤੇ ਆਏ ਸਨ। ਹੁਣ ਵੇਖੋ, ਸਤਿਗੁਰੂ ਜਾਂਦੇ ਹੀ ਉੱਥੇ ਨੇ ਜਿੱਥੇ ਮੈਲ ਸੀ। ਸਤਿਗੁਰੂ ਗਏ, ਮੈਲ ਦਾ ਭਰਿਆ ਸੀ ਸੱਜਣ। ਲੋਕ ਆਂਦੇ ਸੀ ਸੱਜਣ ਠੱਗ ਹੈ, ਲੁੱਟਣਾ ਮਾਰਨਾ ਉਹਦਾ ਕਰਮ ਬਣ ਗਿਆ ਸੀ। ਮਨ ਜਿਹੜਾ ਸੀ ਮੈਲ ਨਾਲ ਨੱਕੋ ਨੱਕ ਭਰਿਆ ਹੋਇਆ। ਹੁਣ ਜਦੋਂ ਤੱਕ ਗੁਰੂ ਨਹੀਂ ਨਾ ਆਏ, ਉਦੋਂ ਤੱਕ ਤੇ ਉਹ ਮੈਲ ਦੇ ਕੰਮ ਕਰਦਾ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਾਵਨ ਮੁਬਾਰਕ ਚਰਨ ਪਏ ਤੇ ਜਿਹੜਾ ਠੱਗੀਆਂ ਵਾਲਾ ਸੱਜਣ ਸੀ, ਚੋਰੀਆਂ ਵਾਲਾ, ਮਾਰਨ ਵਾਲਾ ਸੱਜਣ ਸੀ ਨਾ, ਜਿਹੜਾ ਸੱਜਣ ਠੱਗ ਸੀ, ਇਉਂ ਆਖੋ ਵੀ ਉਸ ਦਿਨ ਉਹ ਭਾਈ ਸੱਜਣ ਬਣ ਗਿਆ। ਜਦੋਂ ਉਹਦੇ ਕੰਨਾਂ ਵਿੱਚ ਗੁਰੂ ਦੇ ਸੰਗਤ ਦੀ ਆਵਾਜ਼ ਪਈ, ਜਦੋਂ ਗੁਰੂ ਦੇ ਸ਼ਬਦਾਂ ਦੀ ਆਵਾਜ਼ ਪਈ, ਉਜਲ ਕਹਿਆ ਚਿਲਕਣਾ ਘੋਟਮ ਘਾਲੜੀ, ਮਸ ਧੋਤਿਆਂ ਝੂਠ ਨਾ ਉਤਰੈ ਜੇਸੋ ਧੂਆਂ, ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਜਿੱਦਣ ਆਹ ਵਾਲੀ ਆਵਾਜ਼ ਕੰਨਾਂ ਵਿੱਚ ਪਈ ਨਾ ਤੇ ਬਦਲ ਗਿਆ ਸੱਜਣ। ਖਿਆਲ ਕਰਿਓ, ਉਹਨੇ ਤੋਬਾ ਕੀਤੀ ਤੇ ਗੁਰੂ ਨਾਨਕ ਸਾਹਿਬ ਨਾਲ ਵਾਅਦਾ ਕੀਤਾ, ਅੱਜ ਤੋਂ ਬਾਅਦ ਸੱਚਮੁੱਚ ਇਹ ਧਰਮਸਾਲ ਹੋਏਗੀ। ਤੇ ਉਹ ਧਰਮਸਾਲ ਬਣੀ। ਤੇ ਕੁਝ ਸਮੇਂ ਬਾਅਦ ਨਾ ਦੋ ਵਪਾਰੀ ਲੰਘਦੇ ਜਾਂਦੇ ਸੀ। ਸੱਜਣ ਉੱਥੋਂ ਨੇੜੇ ਹੀ ਖਲੋਤਾ ਹੋਇਆ ਸੀ
ਉਹ ਕਹਿਣ ਲੱਗੇ ਵੀ ਰਾਤ ਪੈ ਗਈ ਆ ਤੇ ਕਹਿੰਦਾ ਵੀ ਆਪਾਂ ਨਾ ਛੇਤੀ ਨਾਲ ਲੰਘ ਚੱਲੀਏ, ਇਹ ਸੱਜਣ ਠੱਗ ਦੀ ਧਰਮਸਾਲ ਹੈ, ਇੱਥੇ ਆਪਾਂ ਟਿਕਾਣਾ ਨਹੀਂ ਕਰਨਾ, ਗਾਂਹ ਜਾ ਕੇ ਕਿਤੇ ਟਿਕਾਣਾ ਕਰਾਂਗੇ। ਇਹਦਾ ਤੇ ਪਤਾ ਹੀ ਨਹੀਂ, ਇਹ ਰਾਤ ਨੂੰ ਲੁੱਟ ਲਏ, ਮਾਰ ਦੇ, ਜੋ ਕੁਝ ਹੈ ਕੋਈ ਖੋਹ ਲਏ, ਇਸ ਕਰਕੇ ਇੱਥੇ ਨਹੀਂ ਜੇ ਰੁਕਣਾ। ਤੇ ਸੱਜਣ ਨੇ ਆਵਾਜ਼ ਮਾਰੀ, ਕਹਿਣ ਲੱਗਾ ਪਿਆਰਿਓ ਹੁਣ ਤੁਹਾਨੂੰ ਇੱਥੇ ਖਤਰਾ ਨਹੀਂ। ਕਿਉਂ? ਕਹਿੰਦਾ ਜਿਹੜਾ ਸੱਜਣ ਠੱਗ ਸੀ ਨਾ, ਉਹ ਸੱਜਣ ਠੱਗ ਮਰ ਗਿਆ ਉਸ ਦਿਨ ਦਾ ਜਿੱਦਣ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਸੀ। ਹੁਣ ਭਾਈ ਸੱਜਣ ਜਿਉਂਦਾ ਹੈ, ਸੱਜਣ ਠੱਗ ਜਿਉਂਦਾ ਨਹੀਂ ਜੀ ਰਿਹਾ। ਹੁਣ ਤੁਹਾਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਖਤਰਾ ਹਮੇਸ਼ਾ ਮੈਲ ਤੋਂ ਹੁੰਦਾ ਜੇ। ਜਿੱਦਣ ਮੈਲ ਨਿਕਲ ਜਾਏ ਉਦਣ ਕੋਈ ਖਤਰਾ ਨਹੀਂ ਜਿਉਂਦਾ, ਉਦੋਂ ਤੇ ਸਾਰਾ ਕੁਝ ਸਪਸ਼ਟ ਹੀ ਦਿਸਦਾ ਹੈ। ਤੇ ਸਤਿਗੁਰੂ ਕਹਿੰਦੇ ਭਾਈ ਸਾਧੂ ਸੰਗਤ ਦੀ ਮਹਿਮਾ ਕੀ ਜੇ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ, ਮਨ ਪਵਿੱਤਰ ਹੋ ਗਿਆ, ਕਰੋੜਾਂ ਜਿਹੜੇ ਪਾਪ ਸੀ ਨਾ ਉਹ ਲੈ ਗਏ। ਇਸ ਕਰਕੇ ਸੰਗਤ ਕਦੀ ਨਹੀਂ ਛੱਡਣੀ ਚਾਹੀਦੀ। ਭਾਈ ਗੁਰਦਾਸ ਦੇ ਮੈਂ ਬਚਨ ਸਾਂਝੇ ਕਰਾਂ ਸੰਗਤ ਜੀ। ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕੀਤੇ ਨੇ। ਉਹ ਕਹਿੰਦੇ ਨੇ ਜਿਹੜਾ ਚੋਰ ਆ ਨਾ, ਉਹਨੂੰ ਕੁੱਟ ਪੈਂਦੀ ਹੋਏ ਮੌਕੇ ਤੇ ਫੜਿਆ ਜਾਏ ਤੇ ਚੋਰੀ ਕਰਨ ਵਾਲਾ ਦੂਜਾ ਚੋਰ ਉਹਨੂੰ ਕੁੱਟ ਪੈਂਦੀ ਵੇਖਦਾ, ਚੀਕਾਂ ਪੈਂਦੀਆਂ ਵੇਖਦਾ, ਪਰ ਉਹ ਚੋਰੀ ਨਹੀਂ ਜੇ ਛੱਡਦਾ। ਪਤਾ ਵੀ ਆ ਵੀ ਫੜਿਆ ਗਿਆ, ਲੋਕਾਂ ਨੇ ਵੀ ਕੁੱਟਿਆ, ਪੁਲਿਸ ਨੇ ਵੀ ਕੁੱਟਿਆ। ਉਹ ਵੱਖਰੀ ਗੱਲ ਆ, ਕਈ ਵਾਰੀ ਵਿੱਚ ਇਦਾਂ ਦੇ ਵੀ ਹੁੰਦੇ ਵੀ ਪੈਸੇ ਲੈ ਕੇ ਛੱਡ ਵੀ ਦਿੰਦੇ ਆ, ਜਾਂ ਉਹਨਾਂ ਦੇ ਨਾਲ ਵੀ ਮਿਲੀ ਭੁਗਤ ਹੁੰਦੀ ਆ। ਕਈ ਬੜੇ ਚੰਗੇ ਵੀ ਹੁੰਦੇ, ਕਈ ਬੜੇ ਪਿਆਰ ਵਾਲੇ ਵੀ ਆ। ਸਾਰੇ ਤਰੀਕੇ ਦੀ ਦੁਨੀਆ ਵਾ ਨਾ ਸਾਰੇ ਚੰਗੇ ਆ ਤੇ ਨਾ ਹੀ ਸਾਰੇ ਮਾੜੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਕਹਿੰਦੇ ਵੇਖੋ ਵੀ ਚੋਰ ਨੂੰ ਕੁੱਟ ਪੈਂਦੀ, ਦੂਜਾ ਵਹਿੰਦਾ ਆ, ਪਰ ਫਿਰ ਵੀ ਉਹ ਚੋਰੀ ਨਹੀਂ ਛੱਡਦਾ। ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਰਾਹ ਲੁੱਟਣ ਵਾਲਾ, ਬਟਵਾਰੇ ਸੰਗ ਹੋਏ ਤਖਤ ਹੈ। ਰਾਹ ਲੁੱਟਣ ਵਾਲਾ ਫੜਿਆ ਗਿਆ, ਉਹਨੂੰ ਮੁਕਾਬਲਾ ਹੋਇਆ, ਮਾਰ ਦਿੱਤਾ, ਲੋਕਾਂ ਨੇ ਕੁੱਟ-ਕੁੱਟ ਕੇ ਜਾਨ ਕੱਢ ਦਿੱਤੀ, ਫੜ ਕੇ ਥਾਣੇ ਦੇ ਦਿੱਤਾ, ਸਾਰੀ ਉਮਰ ਜੇਲ੍ਹ ਵਿੱਚ ਗਲ ਗਈ। ਪਰ ਦੂਜਾ ਕਦੇ ਰਾਹ ਲੁੱਟਣ ਵਾਲਾ ਫਿਰ ਨਹੀਂ ਉਸ ਰਸਤੇ ਨੂੰ ਛੱਡਦਾ, ਉਹ ਫਿਰ ਉਸੇ ਰਸਤੇ ਤੇ ਤੁਰਿਆ ਜਾਂਦਾ। ਬਟਵਾਰਾ ਬਟਵਾਰੇ ਸੰਗ ਹੋਏ ਤਖਤ ਹੈ, ਬੇਸ਼ਵਾਰਤ ਬ੍ਰਿਥਾ ਪਾਏ, ਮਨ ਮੈਂ ਨਾ ਸ਼ੰਕਾ ਮਨ, ਜੁਆਰੀ ਨਾ ਸਰਬਸੈ ਹਾਰੇ ਤਖਤ ਹੈ। ਮਾੜੇ ਕੰਮਾਂ ਜਾਣ ਵਾਲਾ, ਮਾੜੇ ਵਿਸਵਾ ਦੇ ਡੇਰੇ ਜਾਣ ਵਾਲਾ, ਪਤਾ ਬਿਮਾਰੀ ਲੱਗ ਜਾਏਗੀ, ਖਤਮ ਹੋ ਜਾਵਾਂਗਾ, ਪਰਿਵਾਰਾਂ ਦੇ ਪਰਿਵਾਰ ਉਜੜ ਜਾਣਗੇ, ਪਰ ਉਸ ਮਾੜੇ ਬੰਨੇ ਜਾਣੋ ਫੇਰ ਨਹੀਂ ਜੇ ਰੁਕਦਾ। ਜੁਆਰੀ ਉਦਾਹਰਣ ਤੁਹਾਡੇ ਸਾਹਮਣੇ, ਮਹਾਭਾਰਤ ਤੋਂ ਵੱਡੀ ਉਦਾਹਰਣ ਕੋਈ ਨਹੀਂ ਹੋਏਗੀ। ਜਦੋਂ ਤੱਕ ਸਾਰਾ ਕੁਝ ਹਾਰ ਨਹੀਂ ਜਾਂਦੇ, ਪੱਲੇ ਕੁਝ ਵੀ ਨਹੀਂ ਰਹਿ ਜਾਂਦਾ, ਉਦੋਂ ਤੱਕ ਉਹ ਜੂਆ ਖੇਡਣਾ ਨਹੀਂ ਛੱਡਦਾ। ਵੀ ਹੁਣ ਮੌਕੀ ਗਿਆ, ਵਾਹ ਪੇਸ਼ੀ ਨਹੀਂ ਚੱਲਦੀ, ਹੁਣ ਪੱਲੇ ਹੀ ਕੱਖ ਨਹੀਂ ਰਿਹਾ, ਤੇ ਫਿਰ ਦਾਅ ਤੇ ਵੀ ਕੀ ਲਾਏਗਾ। ਜੁਆਰੀ ਨਾ ਸਰਬਸ ਹਾਰੇ ਸਹਿ ਤਖਤ ਹੈ। ਕਹਿੰਦੇ ਇਦਾਂ ਹੀ ਅਦਮ ਅਸਾਧ ਸੰਗ ਛੱਡਤ ਨਾ ਅੰਗੀਕਾਰ। ਜਿਹੜਾ ਗੁਰੂ ਦੇ ਦਰ ਤੇ ਆਉਣ ਵਾਲਾ ਨਾ, ਬੜੇ ਲੋਕ ਉਹਨੂੰ ਟਿਚਕਰਾਂ ਵੀ ਕਰਨਗੇ, ਨੌਜਵਾਨ ਕੇਸ ਰੱਖ ਲਏ, ਗੁਰੂ ਦੇ ਦਰ ਤੇ ਆਣਾ ਸ਼ੁਰੂ ਕਰ ਦੇ, ਤੇ ਦੂਜਾ ਕਹੀ ਜਾਂਦੇ ਬਾਬਾ ਬਣ ਗਏ। ਬਾਬਾ ਬਣਨਾ ਮਾੜੀ ਗੱਲ ਜੇ। ਬਾਬਾ ਤੇ ਸਿਆਣੇ ਨੂੰ ਆਂਦੇ ਆ, ਬਾਬਾ ਤੇ ਵੱਡੇ ਨੂੰ ਆਂਦੇ ਆ, ਬਾਬਾ ਤੇ ਦਾਣੇ ਨੂੰ ਆਂਦੇ ਆ, ਬਾਬਾ ਤੇ 12 ਸਾਲ 11 ਸਾਲ ਦੇ ਬੱਚੇ ਨੂੰ ਵੀ ਤੁਸੀਂ ਕਹਿ ਸਕਦੇ ਹੋ, ਜਿੰਦੇ ਕੋਲ ਸੋਚ ਹੈ, ਸਮਝ ਹੈ। ਬਾਬਾ ਬੁੱਢਾ ਜੀ ਉਮਰ ਤੇ ਛੋਟੀ ਸੀ ਨਾ, ਪਰ ਨਾ ਬੂੜੇ ਤੂੰ ਬਾਬਾ ਬੁੱਢਾ ਆਂਦੇ ਨੇ। ਹੁਣ ਬਾਬਾ ਸ਼ਬਦ ਮਾੜਾ ਨਹੀਂ, ਬਾਬਾ ਸ਼ਬਦ ਵਰਤਦੇ ਹਾਂ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ ਦੁਨੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਵੀ ਇਦਾਂ ਵੀ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਨੇ। 7 ਤੇ 9 ਸਾਲ ਦੀ ਉਮਰੇ ਨੀਹਾਂ ਵਿੱਚ ਆਪਣਾ ਆਪਾ ਵੀ ਚਨਵਾਇਆ ਜਾ ਸਕਦਾ ਹੈ ਧਰਮ ਤੋਂ। ਉਹਨਾਂ ਨੂੰ ਆਂਦੇ ਨੇ ਬਾਬਾ। ਬਾਬਾ ਸ਼ਬਦ ਬੜਾ ਪਿਆਰਾ ਜੀ। ਬਾਬਾ ਸਿਆਣੇ ਨੂੰ ਆਂਦੇ ਆ, ਸੋਚ ਸਮਝ ਵਾਲੇ ਨੂੰ ਆਂਦੇ ਆ। ਤੇ ਬਾਬਾ ਬਣ ਗਏ ਐ, ਟਿਚਕਰਾਂ ਕਰਦੇ ਨਾ, ਫਿਰ ਉਹ ਕਹਿੰਦਾ ਵੀ ਛੱਡੋ ਪਰਾਂ, ਕੀ ਜਾਣਾ, ਲੋਕ ਮਜ਼ਾਕ ਕਰਦੇ। ਖਿਆਲ ਕਰਿਓ, ਜੇ ਭੈੜਾ ਬੰਦਾ, ਚੋਰੀ ਕਰਨ ਵਾਲਾ ਬੰਦਾ, ਵੇਸ਼ਵਾ ਡੇਰੇ ਜਾਣ ਵਾਲਾ ਬੰਦਾ, ਜੇ ਰਾਹ ਲੁੱਟਣ ਵਾਲਾ ਬੰਦਾ ਅੱਤ ਦਾ ਮਾੜਾ ਜੇ, ਨਸ਼ੇ ਕਰਨ ਵਾਲਾ ਮਾੜਾ ਹੈ, ਪਤਾ ਵੀ ਹੈ ਵੀ ਸਰੀਰ ਗਲ ਜਾਏਗਾ, ਲੀਵਰ ਸੜ ਜਾਏਗਾ, ਤਾਂ ਵੀ ਨਸ਼ਾ ਨਹੀਂ ਛੱਡਦਾ, ਤੇ ਗੁਰੂ ਕਾ ਸਿੱਖ ਸੰਗਤ ਕਿਉਂ ਛੱਡ ਦੇ?
ਗੁਰੂ ਕਾ ਸਿੱਖ ਗੁਰੂ ਦੇ ਦਰ ਤੇ ਆਣਾ ਕਿਉਂ ਛੱਡਦੇ? ਜੇ ਮਾੜੇ ਲੋਕ ਆਪਣਾ ਕੰਮ ਨਹੀਂ ਛੱਡਦੇ, ਮੈਂ ਤੇ ਚੰਗੇ ਰਾਹ ਚੱਲਿਆ, ਮੈਂ ਤੇ ਗੁਰੂ ਦੇ ਰਸਤੇ ਤੇ ਆ, ਮੈਂ ਤੇ ਨਸ਼ਿਆਂ ਤੋਂ ਬਚ ਗਿਆ, ਮੈਂ ਤੇ ਗੁਰੂ ਵਾਲਾ ਬਣ ਗਿਆ। ਹੁਣ ਮੈਂ ਨਾ ਕਿਸੇ ਦੀ ਧੀ ਨੂੰ ਮਾੜਾ ਆਖਦਾ, ਨਾ ਮੈਂ ਕਿਸੇ ਵੱਲ ਮਾੜਾ ਵੇਂਦਾ, ਨਾ ਮੈਂ ਕਿਸੇ ਦੀ ਕੋਠੀ ਵੇਖ ਕੇ ਸੜਦਾ ਵਾਂ, ਨਾ ਮੈਂ ਕਿਸੇ ਵੱਲ ਮਾੜੇ ਰਾਹ ਤੇ ਜਾ ਕੇ ਆਪਣਾ ਜੀਵਨ ਬਰਬਾਦ ਕਰ ਰਿਹਾ। ਮੈਂ ਤੇ ਸਗੋਂ ਗੁਰੂ ਵਾਲੇ ਬੰਨੇ ਜਾ ਕੇ ਆਪਣਾ ਜੀਵਨ ਆਬਾਦ ਕਰ ਰਿਹਾ, ਆਪਣਾ ਜੀਵਨ ਬਣਾ ਰਿਹਾ। ਫਿਰ ਮੈਂ ਇਹ ਰਾਹ ਕਿਸੇ ਦੇ ਕਹਿਣ ਤੇ ਕਿਉਂ ਛੱਡ ਦਿਆਂ? ਫਿਰ ਮੈਂ ਗੁਰੂ ਵਾਲਾ ਰਸਤਾ ਕਿਉਂ ਛੱਡ ਦਿਆਂ? ਇੱਥੇ ਤੇ ਬੰਦ ਕਟਾਉਣ ਵਾਲਿਆਂ ਨੇ ਗੁਰੂ ਦਾ ਰਾਹ ਨਹੀਂ ਛੱਡਿਆ, ਆਪਣਾ ਆਪਾ ਕਟਵਾ ਦਿੱਤਾ। ਇੱਥੇ ਤੇ ਵੇਖੋ, ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਦਿਵਸ ਹੈ ਤੇ ਮਾਤਾ ਭਾਗਪਰੀ ਕਸ਼ਮੀਰ ਦੀ ਰਹਿਣ ਵਾਲੀ ਸੰਗਤ ਦੇ ਕੋਲੋਂ ਵਡਿਆਈ ਸੁਣੀ ਗੁਰੂ ਦੀ, ਤੇ ਉਹਨੇ ਆਪਣੇ ਹੱਥਾਂ ਨਾਲ ਨਾ ਚੋਲਾ ਤਿਆਰ ਕੀਤਾ। ਚੋਲਾ ਤਿਆਰ ਕਰਕੇ ਹੁਣ ਮਾਂ ਭਾਗਪਰੀ ਦੀ ਉਮਰ ਵਡੇਰੀ ਜੇ, ਬਜ਼ੁਰਗ ਹੈ, ਤੁਰਿਆ ਵੀ ਨਹੀਂ ਜਾਂਦਾ, ਨਿਤਾ ਪ੍ਰਤੀ ਯਾਦ ਕਰਦੀ ਵੀ ਸਤਿਗੁਰੂ ਜੀ ਆਉਣ ਇਸ ਧਰਤੀ ਦੇ ਉੱਤੇ ਤੇ ਮੇਰੇ ਹੱਥੀਂ ਇਹ ਚੋਲਾ ਆਪਣੇ ਗਲ ਪਾਉਣ, ਬਣਾਇਆ ਹੋਇਆ, ਮੇਰੀ ਭੇਟਾ ਸਵੀਕਾਰ ਕਰਨ। ਹੁਣ ਸੰਗਤ ਜਾਂਦੀ ਆ ਨਾ, ਉਹ ਕਹਿੰਦੀ ਬੇਬੇ ਬਜ਼ੁਰਗ ਹੋ ਗਈ ਆ, ਤੂੰ ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਪਰੌਣੀ ਹੈ, ਆ ਚੋਲਾ ਸਾਨੂੰ ਦੇ, ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹੁੰਚਾ ਦੇਵਾਂਗੇ। ਅੰਮ੍ਰਿਤਸਰ ਚੱਲੀ ਹੈ, ਕੀਰਤਪੁਰ ਸਾਹਿਬ ਸੰਗਤ ਚੱਲੀ ਹੈ, ਅਸੀਂ ਦੇ ਦਿਆਂਗੇ ਗੁਰੂ ਨੂੰ, ਆ ਚੋਲਾ ਸਾਨੂੰ ਦੇ। ਉਹ ਕਹਿੰਦੀ ਨਹੀਂ, ਮੈਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਹੈ, ਮੇਰਾ ਗੁਰੂ ਇਸ ਭੇਟਾ ਨੂੰ ਸਵੀਕਾਰ ਕਰਨ ਵਾਸਤੇ ਜ਼ਰੂਰ ਆਏਗਾ। ਹੁਣ ਪੁੱਤਰ ਹੈ ਸੇਵਾਦਾਸ, ਉਹ ਵੀ ਕਹਿੰਦਾ ਮਾਂ ਗੁਰੂ ਸਾਹਿਬ ਜੀ ਸਾਡੇ ਗਰੀਬਾਂ ਦੀ ਭੇਟਾ ਸਵੀਕਾਰ ਕਰਨ ਆਣਗੇ, ਵਡੇਰੀ ਹੋ ਗਈ ਹੈ, ਤੇ ਤੇਰੇ ਜਿਉਂਦਿਆਂ ਜੀ ਇਹ ਭੇਟਾ ਗੁਰੂ ਨੂੰ ਭੇਜ ਦਈਏ, ਤੂੰ ਆਹ ਚੋਲਾ ਜਿਹੜਾ ਤਿਆਰ ਕੀਤਾ ਨਾ ਸੰਗਤ ਨੂੰ ਦੇ ਦੇ। ਉਹ ਕਹਿਣ ਲੱਗੀ ਪੁੱਤਰਾ ਮੇਰੇ ਅੰਦਰ ਗੁਰੂ ਵਾਸਤੇ ਕਿੰਨਾ ਸਨੇਹ ਹੈ, ਤੂੰ ਇਹ ਜਾਣਦਾ ਨਹੀਂ। ਤੁਸੀਂ ਮੈਨੂੰ ਜਿਉਂਦਿਆਂ ਜੀ, ਖਿਆਲ ਕਰਿਓ, ਤੁਸੀਂ ਮੈਨੂੰ ਜਿਉਂਦਿਆਂ ਜੀ ਇਹ ਆਸ ਕੇ ਗੁਰੂ ਮੈਨੂੰ ਮਿਲਣ ਵਾਸਤੇ ਆਉਣਗੇ, ਛੱਡਣ ਵਾਸਤੇ ਕਹਿੰਦੇ ਹੋ। ਉਹ ਭਲਿਓ, ਜਿਉਂਦਿਆਂ ਜੀ ਤੇ ਗੁਰੂ ਛੱਡ ਦੇਣਾ ਬੜੀ ਦੂਰ ਦੀ ਗੱਲ ਹੈ, ਮੈਂ ਤੇ ਮਰਨ ਤੋਂ ਬਾਅਦ ਵੀ ਇਹ ਆਸ ਨਹੀਂ ਛੱਡਾਂਗੀ। ਮੈਂ ਮਰ ਵੀ ਗਈ ਤਾਂ ਵੀ ਇਹ ਆਸ ਮੇਰੇ ਨਾਲ ਹੀ ਰਹੂਗੀ ਕਿ ਮੇਰਾ ਗੁਰੂ ਮੈਨੂੰ ਦਰਸ਼ਨ ਦੇਣ ਵਾਸਤੇ ਜ਼ਰੂਰ ਆਏਗਾ। ਗੁਰੂ ਤੇਗ ਬਹਾਦਰ ਦਾ ਸੀਸ ਭਾਈ ਦੇਵਾ ਰਾਮ ਤਰਾਵੜੀ, ਉਹ ਤੁਸੀਂ ਸਾਰੀ ਸਾਖੀ ਸੁਣੀ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਉਹ ਕਹਿੰਦੀ ਹੈ ਕਿ ਮੇਰੇ ਗੁਰੂ ਮੈਨੂੰ ਮਿਲਣ ਵਾਸਤੇ ਜ਼ਰੂਰ ਆਣਗੇ। ਤੇ ਮੀਰੀ ਪੀਰੀ ਦੇ ਮਾਲਕ ਨੇ ਜਦੋਂ ਕੁੰਡਾ ਖੜਕਾਇਆ ਸੇਵਾਦਾਸ ਦਾ, ਤੇ ਮਾਂ ਪੁੱਤਰਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ। ਇਹ ਹੈ ਗੁਰੂ, ਇਹ ਹੈ ਗੁਰੂ ਦੀ ਰਹਿਮਤ। ਸਤਿਗੁਰਾਂ ਨੇ ਉੱਥੇ ਆਪ ਆਪਣੇ ਹੱਥੀ ਲੈ ਕੇ ਉਸ ਮਾਂ ਦਾ ਚੋਲਾ ਜਿਹੜਾ ਸੀ ਨਾ ਉਹ ਗਲ ਪਾਇਆ। ਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਭਾਈ ਇਹ ਮਹਿਮਾ ਆ ਸਾਧੂ ਸੰਗ ਦੀ, ਜਿੱਥੇ ਸਾਡੇ ਮਨਾਂ ਦੀ ਮੈਲ ਦੂਰ ਹੁੰਦੀ ਆ, ਉਹ ਗੁਰੂ ਦੇ ਨਾਲ ਜੁੜ ਕੇ ਸਾਡਾ ਜੀਵਨ ਵੀ ਬਦਲ ਜਾਂਦਾ ਹੈ। ਰਹਾਉ ਦਾ ਇਹ ਬੰਦ ਹੈ, ਇਸੇ ਬੰਦ ਦੇ ਦੁਆਲੇ ਸਾਰਾ ਸ਼ਬਦ ਹੈ। ਮੁੱਕਦੀ ਗੱਲ ਸੰਗਤ ਜੀ ਇਹ ਹੈ, ਸਤ ਸੰਗਤ ਕਰਾਂਗੇ ਸਾਡਾ ਜੀਵਨ ਸੋਹਣਾ ਬਣੇਗਾ। ਇਸ ਕਰਕੇ ਜਿੱਥੇ ਆਪ ਜੀ ਸਤ ਸੰਗਤ ਕਰਦੇ ਹੋ, ਉੱਥੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਤ ਸੰਗਤ ਵਿੱਚ ਲਿਆਇਆ ਕਰੋ, ਤਾਂ ਕਿ ਸਾਡੇ ਬੱਚਿਆਂ ਨੂੰ ਵੀ ਬਾਣੀ ਦਾ ਪਤਾ ਲੱਗੇ, ਉਹਨਾਂ ਨੂੰ ਵੀ ਪਤਾ ਲੱਗੇ ਸਾਡਾ ਗੁਰੂ ਕਿੱਡੇ ਪਿਆਰ ਵਾਲਾ, ਕਿੰਨੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਰਹਾਉ ਦਾ ਇਹ ਬੰਦ ਸੀ, ਜਿੰਦਾ ਮਤਲਬ ਹੈ ਵੀ ਰੁਕ ਜਾਓ, ਟਿਕ ਜਾਓ। ਇਸ ਗੱਲ ਦੀ ਧਿਆਨ ਨਾਲ ਵਿਚਾਰ ਕਰੋ। ਕਿਹੜੀ ਗੱਲ ਦੀ? ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਇਹੋ ਜੀ ਭਗਤੀ ਹੈ ਗੁਰੂ ਦੀ, ਰੱਬ ਦੀ। ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਕੀੜੀ ਹੈ ਨਿਮਰਤਾ, ਹਾਥੀ ਜੇ ਅਹੰਕਾਰ, ਵੱਡਾ ਅਹੰਕਾਰ ਦਾ ਪ੍ਰਤੀਕ। ਹੁਣ ਕੀੜੀ ਹਾਥੀ ਨੂੰ ਜਿੱਤ ਸਕਦੀ ਹੈ। ਕੀੜੀ ਵਰਗਾ ਜਿਹੜਾ ਨਿਮਰਤਾ ਵਾਲਾ ਮਨ ਆ ਨਾ, ਉਹ ਅਹੰਕਾਰ ਨੂੰ ਵੀ ਜਿੱਤ ਸਕਦਾ। ਵੇਖੋ ਬਾਬਾ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਆਨੰਦਪੁਰ ਸਾਹਿਬ ਦਾ ਕਿਲਾ, ਸਰੀਰ ਮਾੜਾ ਜਿਹਾ, ਲੋਕ ਕਹਿੰਦੇ ਵੀ ਕੀ ਮੁਕਾਬਲਾ ਕਰੇਗਾ, ਪਰ ਸਤਿਗੁਰੂ ਤੋਂ ਥਾਪੜਾ ਲੈ। ਉਹ ਨਿਮਰਤਾ ਉਸ ਭਾਈ ਬਚਿੱਤਰ ਸਿੰਘ ਨੇ, ਜਿਹੜਾ ਮਸਤਿਆ ਹੋਇਆ ਹਾਥੀ ਸੀ ਨਾ, ਅਹੰਕਾਰ ਦਾ ਪ੍ਰਤੀਕ ਤੁਰਿਆ ਆਉਂਦਾ ਸੀ, ਪਹਾੜੀ ਰਾਜੇ ਪਿੱਛੇ ਅਹੰਕਾਰੀ, ਤੇ ਨਾਲ ਰੱਜਿਆ ਹੋਇਆ ਸ਼ਰਾਬ ਦਾ ਡੱਕਿਆ
ਵੀ ਉਹ ਵੀ ਹਾਥੀ ਵੀ ਅਹੰਕਾਰ ਦਾ ਪ੍ਰਤੀਕ ਆ। ਤੇ ਭਾਈ ਬਚਿੱਤਰ ਸਿੰਘ ਕਹਿਣ ਲੱਗਾ, ਮੇਰਾ ਤੇ ਮੇਰੇ ਕੋਲ ਕੁਝ ਵੀ ਨਹੀਂ ਦਾਤਾ, ਜੇ ਤੁਹਾਡਾ ਆਸਰਾ, ਤੁਹਾਡਾ ਸਹਾਰਾ, ਤੁਹਾਡਾ ਥਾਪੜਾ ਮਿਲੇ ਤੇ ਮੈਂ ਇਸ ਹਾਥੀ ਨੂੰ ਵੀ ਜਿੱਤ ਸਕਦਾ। ਤੇ ਗੁਰੂ ਕੋਲੋਂ ਥਾਪੜਾ ਲੈ, ਘੋੜੇ ਦੀਆਂ ਰਕਾਬਾਂ ਵਿੱਚ ਪੈਰ ਫਸਾ, ਇੱਕ ਹੱਥ ਨਾਲ ਲਗਾਮ ਖਿੱਚ ਤੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਸਾਂਭ ਕੇ ਜਦੋਂ ਮੱਥੇ ਵਿੱਚ ਮਾਰੀ ਨਾ, ਤਵੀਆਂ ਚੀਰਦੀ ਹੋਈ ਉਹ ਲੰਘ ਗਈ। ਤੇ ਜਿਹੜਾ ਅਹੰਕਾਰ ਦਾ ਮਤਿਆ ਹਾਥੀ ਸੀ ਨਾ, ਜਿਹੜੇ ਪਹਾੜੀ ਅਹੰਕਾਰ ਕਰਕੇ ਵੀ ਸਾਡਾ ਹਾਥੀ, ਅਸੀਂ ਗੁਰੂ ਨੂੰ ਫੜ ਲੈਣਾ, ਉਹੀ ਹਾਥੀ ਉਸੇ ਦੀ ਸੁੰਡ ਵਿੱਚ ਕਿਰਪਾਨ ਪਾਈ ਤਲਵਾਰ, ਤੇ ਉਹ ਆਪਣਿਆਂ ਹੀ ਸਾਰਿਆਂ ਨੂੰ ਮਿੱਧਦਾ ਹੋਇਆ ਜਾ ਰਿਹਾ, ਵੱਢਦਾ ਜਾ ਰਿਹਾ। ਉੱਥੇ ਜਿੱਤ ਉਸ ਅਹੰਕਾਰ ਦੇ ਉੱਤੇ ਨਿਮਰਤਾ ਦੀ ਹੋਈ ਆ। ਇੱਕ ਪਾਸੇ ਅਹੰਕਾਰ ਸੀ, ਇੱਕ ਪਾਸੇ ਨਿਮਰਤਾ ਸੀ। ਤੇ ਸਤਿਗੁਰੂ ਕਹਿੰਦੇ, ਐਸੀ ਭਗਤ ਗੋਬਿੰਦ ਕੀ ਗੁਰੂ ਦੀ ਈਟੀ ਰਹਿਮਤ ਆ। ਜੇ ਕਿਰਪਾ ਕਰੇ ਗੁਰੂ, ਜੇ ਭਗਤੀ ਕਰੇ ਤੇ ਕੀਟ ਹਸਤੀ ਜੀਤਾ। ਜਿਹੜਾ ਨਿਮਰਤਾ ਵਾਲਾ ਮਨੁੱਖ ਹੈ, ਉਹ ਵੀ ਅਹੰਕਾਰ ਨੂੰ ਜਿੱਤ ਸਕਦਾ, ਅਹੰਕਾਰ ਤੇ ਜਿੱਤ ਪਾਈ ਜਾ ਸਕਦੀ ਹੈ। ਜੋ ਜੋ ਕੀਨੋ ਆਪਨੋ ਇਸ ਆਪੈ ਦਾਨ ਦਿੱਤਾ। ਫਿਰ ਉਹਨੂੰ ਡਰ ਨਹੀਂ ਰਹਿੰਦਾ ਵੀ ਸਾਹਮਣੇ ਹਾਥੀ ਹੈ ਤੇ ਮੇਰਾ ਤੇ ਸਰੀਰ ਕੁਝ ਨਹੀਂ, ਮੈਂ ਤੇ ਮਧਰਾ ਜਾ ਸ਼ਰੇ ਜੇ ਕੱਦ ਵਾਲਾ ਨਹੀਂ। ਫਿਰ ਉਹ ਕੀ ਹੁੰਦਾ ਹੈ, ਜੋ ਜੋ ਕੀਨੋ ਆਪਣੋ, ਜਿਨ੍ਹਾਂ ਨੇ ਗੁਰੂ ਨੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ, ਫਿਰ ਉਹਨਾਂ ਨੂੰ ਆਪਣੇ ਵਰਗਾ ਅਭੈ ਨਿਡਰਤਾ ਦਾ ਦਾਨ ਦੇ ਦਿੱਤਾ। ਜਦੋਂ ਉਹਦੇ ਨਾਲ ਜੁੜਾਂਗੇ ਨਾ ਸੰਗਤ ਜੀ, ਫਿਰ ਅਸੀਂ ਵੀ ਨਿਡਰ ਬਣ ਜਾਵਾਂਗੇ। ਜੋ ਜੋ ਕੀਨੋ ਆਪਣੋ, ਜਿਹਨੂੰ ਸਤਿਗੁਰੂ ਨੇ ਆਪਣਾ ਬਣਾ ਲਿਆ, ਜਿਨ੍ਹਾਂ ਨੇ ਉਸ ਗੁਰੂ ਅੱਗੇ ਸਰੈਂਡਰ ਕਰ ਦਿੱਤਾ ਵੀ ਅੱਜ ਤੋਂ ਬਾਅਦ ਅਸੀਂ ਤੇਰੇ ਹਾਂ, ਤੇਰੇ ਤੋਂ ਬਿਨਾ ਕਿਸੇ ਹੋਰ ਦੇ ਨਹੀਂ। ਜੋ ਜੋ ਕੀਨੋ ਆਪਣੋ, ਜਿਹਨੂੰ ਆਪਣਾ ਬਣਾਇਆ, ਤਿਸ ਅਭੈ ਦਾਨ ਦਿੱਤਾ, ਉਹਨਾਂ ਨੂੰ ਫਿਰ ਨਿਡਰਤਾ ਦਾ ਦਾਨ ਦੇ ਦਿੱਤਾ। ਫਿਰ ਉਹ ਪਰਵਾਹ ਨਹੀਂ ਕਰਦੇ ਸਾਹਮਣੇ ਲੱਖ ਹੈ ਜਾਂ 10 ਨੇ, ਫਿਰ ਉਹ ਹੱਥ ਵਿੱਚ ਕਿਰਪਾਨ ਫੜ ਗੁਰੂ ਦਾ ਥਾਪੜਾ ਲੈ ਕੇ ਤੇ ਲੱਖਾਂ ਦੇ ਨਾਲ ਕੱਲੇ ਕੱਲੇ ਜੂਝ ਜਾਂਦੇ ਨੇ। ਕਿਉਂ? ਕਿਉਂਕਿ ਅੰਦਰੋਂ ਮੌਤ ਦਾ ਡਰ ਜਿਹੜਾ ਵਾ ਨਾ, ਉਹ ਖਤਮ ਹੋ ਗਿਆ। ਸਿੰਘ ਬਿਲਾਈ ਹੋਈ ਗਇਓ, ਤ੍ਰਿਣ ਮੇਰਦ ਖੀਤਾ। ਫਿਰ ਜਿਹੜਾ ਅੰਦਰ ਸ਼ੇਰ ਸੀ ਨਾ ਬਣਿਆ ਹੋਇਆ ਅਹੰਕਾਰ, ਸਿੰਘ ਬਿਲਾਈ ਹੋਏ ਗਏ, ਉਹ ਨਿਮਰਤਾ ਭਾਵ ਬਿੱਲੀ ਬਣ ਗਏ। ਜਿਹੜਾ ਦੂਜਿਆਂ ਨੂੰ ਲੁੱਟਦਾ ਫਿਰਦਾ ਸੀ ਨਾ, ਜਿਹੜਾ ਦੂਜਿਆਂ ਨੂੰ ਮਾਰਦਾ ਫਿਰਦਾ ਸੀ, ਮੇਰੇ ਵਰਗਾ ਹੈ ਕੋਈ ਨਹੀਂ, ਜਿਹੜਾ ਦੂਜਿਆਂ ਦਾ ਨੁਕਸਾਨ ਕਰਦਾ ਸੀ, ਦੂਜਿਆਂ ਨੂੰ ਅਹੁਦੇ ਦਾ ਡਰ ਵਿਖਾ ਕੇ ਤੇ ਲੁੱਟਦਾ ਫਿਰਦਾ ਸੀ, ਉਹ ਕੀ ਹੋਇਆ, ਸਿੰਘ ਬਿਲਾਈ ਹੋਏ ਗਇਓ। ਫਿਰ ਉਹ ਬਾਣੀ ਜਦੋਂ ਉਹਨੇ ਵਿਚਾਰੀ, ਬਾਣੀ ਪੜ੍ਹੀ, ਤੇ ਉਹ ਸ਼ੇਰ ਵੀ ਬਿੱਲੀ ਬਣ ਗਿਆ। ਤ੍ਰਿਣ ਮੇਰ ਦਖੀਤਾ। ਤੇ ਜਿਹੜਾ ਤ੍ਰਿਣ ਦਾ ਮਤਲਬ ਹੁੰਦਾ ਸਿੰਗਲ ਤਾਰ ਜਿਹੜੀ ਆ ਨਾ ਘਾਹ ਦੀ, ਉਹ ਜਿਹੜੇ ਘਾਹ ਦੀ ਇੱਕ ਤਾਰ ਆ ਨਾ, ਤ੍ਰਿਣ ਮੇਰ ਦਖੀਤਾ, ਉਹ ਵੀ ਪਹਾੜੀ ਬਣ ਜਾਂਦੀ ਆ, ਉਹ ਵੀ ਪਹਾੜ ਬਣ ਜਾਂਦਾ। ਹੁਣ ਉਹਨਾਂ ਪਹਾੜੀਆਂ ਵਾਸਤੇ ਹਾਥੀ ਉਹਨਾਂ ਨੇ ਲਿਆ, ਫੌਜ ਲੱਖਾਂ ਦੀ ਤਾਦਾਦ ਵਿੱਚ ਹਾਥੀ ਦੇ ਪਿੱਛੇ ਪਿੱਛੇ ਦਰਵਾਜ਼ਾ ਆਨੰਦਪੁਰ ਸਾਹਿਬ ਦਾ ਤੋੜਨ ਵਾਸਤੇ ਵਧੇ। ਤੇ ਭਾਈ ਬਚਿੱਤਰ ਸਿੰਘ ਹਾਥੀ ਦੇ ਸਾਹਮਣੇ ਕੱਦ ਰੂਪ ਦੇ ਵਿੱਚ ਤਾਂ ਉਹ ਇੱਕ ਤੀਲੇ ਵਾਂਗਰਾ ਹੀ ਸੀ ਨਾ। ਉਹ ਵੱਖਰੀ ਗੱਲ ਹੈ ਵੀ ਗੁਰੂ ਰੂਪ ਬਖਸ਼ਿਸ਼ ਉਹਨਾਂ ਦੇ ਨਾਲ ਹੈ, ਪਰ ਉਸ ਭਾਈ ਬਚਿੱਤਰ ਸਿੰਘ ਨੇ, ਤੀਲੇ ਨੇ ਵੀ ਉਸ ਪਹਾੜ ਦਾ ਮੁਕਾਬਲਾ ਕਰ ਲਿਆ। ਜਿਹੜਾ ਤੀਲੇ ਵਰਗਾ ਹੁੰਦਾ ਉਹ ਵੀ ਪਹਾੜ ਬਣ ਗਿਆ। ਤੇ ਹਾਥੀ ਜਾਂ ਉਸ ਫੌਜ ਦੇ ਕੋਲੋਂ, ਜਿੰਦੇ ਕੋਲ ਸਾਰਾ ਸਾਜੋ ਸਮਾਨ ਹੈ, ਜਿੰਦੇ ਕੋਲ ਸ਼ਸਤਰ ਨੇ, ਉਹ ਸ਼ਸਤਰਾਂ ਨਾਲ, ਹਾਥੀਆਂ ਨਾਲ, ਉਹ ਘੋੜੇ ਸਵਾਰਾਂ ਨਾਲ, ਉਹ ਤੋਪਾਂ ਨਾਲ ਵੀ ਆਨੰਦਪੁਰ ਦਾ ਕਿਲਾ ਸਰ ਨਹੀਂ ਕਰ ਸਕੇ। ਕਿਉਂ? ਕਿਉਂਕਿ ਅੰਦਰ ਜਿਹੜੇ ਸੀ ਨਾ, ਜਿਨ੍ਹਾਂ ਨੂੰ ਲੋਕ ਆਂਦੇ ਸੀ ਬਈ ਇਹਨਾਂ ਦੇ ਸਹਾਰੇ ਗੁਰੂ ਸਾਹਿਬ ਜੀ ਸਾਡੇ ਨਾਲ ਜੰਗ ਲੜੋਗੇ, ਤੇ ਸਤਿਗੁਰੂ ਨੇ ਉੱਥੇ ਗੱਲ ਆਖੀ ਸੀ, ਕਹਿਣ ਲੱਗੇ, ਹਿੰਦੂ ਤੁਰਕਨ ਤੇ ਕਰ ਦੀਨੇ ਨਿਆਰੇ, काबल ते जमना लो इनका राज होए है सारे, जिनको तुम शूद्र बताए हो तिनकी तुम प्रजा थे हो, दीन बंद मैं तबै सदाऊं दीनन राज पुगए हो। ਉਹਨਾਂ ਦੇ ਅੰਦਰ ਜੁਰਤ ਇਦਾਂ ਦੀ ਭਰ ਦਿੱਤੀ ਵੀ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਵੀ ਦਬਾ ਕੇ ਰੱਖਿਆ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਸਹਾਰੇ ਜੰਗ ਲੜੋਗੇ। ਉਹਨਾਂ ਨੇ ਫਿਰ ਉਹਨਾਂ ਪਹਾੜੀਆਂ ਦੇ ਜੰਗ ਦੇ ਵਿੱਚ ਮੂੰਹ ਮੋੜ ਦਿੱਤੇ ਵੱਡੇ ਵੱਡੇ ਯੋਧਿਆਂ ਨੂੰ। ਫਿਰ ਉਸ ਜੰਗ ਵਿੱਚੋਂ ਭਜਦਿਆਂ ਨੂੰ ਰਾਹ ਨਹੀਂ ਸੀ ਲੱਭਦਾ। ਕਿਉਂ? ਕਿਉਂਕਿ ਗੁਰੂ ਨੇ ਤਾਕਤ ਇੰਨੀ ਬਖਸ਼ ਦਿੱਤੀ, ਜਿਹੜਾ ਅਹੰਕਾਰ ਸੀ ਅੰਦਰੋਂ ਉਹ ਮਰ ਗਿਆ
ਤ੍ਰਿਣ ਮੇਰ ਦਿਖੀਤਾ, ਤੇ ਤੀਲੇ ਵਰਗੇ ਵੀ ਹੁਣ ਪਹਾੜੀਆਂ ਵਰਗੇ ਭਾਵ ਅਟਕ ਪਾਉਣ ਦੇ ਯੋਗ ਬਣ ਗਏ। ਸ਼ਰਮ ਕਰਤੇ ਦਮ ਡੁਕੋ ਤੇ ਗਨੀਤ ਨੀਤਾ। ਜਿਹੜੇ ਮਿਹਨਤ ਕਰਦੇ ਫਿਰਦੇ ਸੀ ਕੋਡੀਆਂ ਬਦਲੇ, ਭੱਜੇ ਫਿਰਦੇ ਸੀ, ਸਾਰੀ ਰਾਤ ਬਹਿੰਦੇ ਨਹੀਂ ਸੀ। ਸ਼ਰਮ ਕਰਤੇ ਦਮ ਆਡਕੋ ਤੇ ਗਣੀ ਧਨੀਤਾ, ਹੁਣ ਉਹ ਵੀ ਜਿਹੜੇ ਸੀ ਨਾ ਉਹ ਗਣੀ ਧਨੀਤਾ, ਉਹਨਾਂ ਦੀ ਗਿਣਤੀ ਵੀ ਉਹ ਅਮੀਰਾਂ ਦੇ ਵਿੱਚ ਬਣ ਗਈ। ਕਿਉਂਕਿ ਪੈਸਾ ਹੋਣਾ ਅਮੀਰੀ ਦੀ ਨਿਸ਼ਾਨੀ ਨਹੀਂ। ਕਈਆਂ ਦੇ ਕੋਲ ਪੈਸਾ ਹੁੰਦਾ ਪਰ ਨੀਅਤ ਉਹਨਾਂ ਦੀ ਤਾਂ ਵੀ ਚੰਗੀ ਨਹੀਂ ਜੀ ਹੁੰਦੀ। ਹੁਣ ਬਾਬਾ ਰਵਿਦਾਸ ਜੀ, ਉਹਨਾਂ ਨੂੰ ਮਹਾਤਮਾ ਦੇ ਗਿਆ ਪੱਥਰ, ਉਹ ਕਹਿੰਦੇ ਵੀ ਇਹਨੂੰ ਲੋਹੇ ਨਾਲ ਛੁਹਾਓਗੇ ਤੇ ਬਣ ਜਾਏਗਾ ਸੋਨਾ, ਰੱਖੋ ਤੁਹਾਡੀ ਗਰੀਬੀ ਨਿਕਲ ਜਾਏਗੀ। ਤੇ ਬਾਬਾ ਜੀ ਆਂਦੇ ਵੀ ਜਿੱਥੇ ਜੀ ਚਾਹੁੰਦਾ ਰੱਖ ਦੇ। ਉਹ ਵਾਪਸ ਪਰਤਿਆ ਕੁਝ ਸਾਲਾਂ ਬਾਅਦ ਵੀ, ਹੁਣ ਤੇ ਮੋਜਾਂ ਲੱਗੀਆਂ ਹੋਣੀਆਂ, ਬਾਬਾ ਜੀ ਹੁਣੀ ਅਮੀਰ ਬਣ ਗਏ ਹੋਣਗੇ, ਨੌਕਰ ਚਾਕਰ, ਕੋਠੀ ਵਧੀਆ, ਖਾਣ ਪੀਣ ਦੇ ਸਾਧਨ ਵਧੀਆ। ਪਰ ਜਦੋਂ ਵਾਪਸ ਮੁੜਿਆ ਕੀ ਵੇਖਿਆ ਵੀ ਉਸੇ ਤਰੀਕੇ ਨਾਲ ਬਾਬਾ ਜੀ ਆਪਣੀ ਕਾਰ ਵਿੱਚ ਸੰਤੁਸ਼ਟ ਨੇ, ਬੈਠੇ ਹੋਏ ਨੇ, ਚੌਂਕੜਾ ਲੱਗਾ ਹੋਇਆ, ਆਣ ਜਾਣ ਵਾਲੇ ਉੱਥੇ ਬਹਿ ਕੇ ਰੱਬ ਦੀਆਂ ਗੱਲਾਂ ਕਰਦੇ ਨੇ। ਪੁੱਛਦਾ ਮੈਂ ਕੁਝ ਦੇ ਕੇ ਗਿਆ ਸੀ, ਤੇ ਕਹਿਣ ਲੱਗੇ ਵੀ ਜਿੱਥੇ ਰੱਖ ਕੇ ਗਿਆ ਸੀ ਉੱਥੇ ਹੀ ਹੋਣਾ। ਇਹ ਹੈ ਅਮੀਰੀ ਮਨ ਦੀ। ਕੋਲ ਕੁਝ ਵੀ ਨਾ ਹੋਵੇ ਤੇ ਤਾਂ ਵੀ ਗੁਰੂ ਦੇ ਰੂਪ ਵਿੱਚ ਉਹਨਾਂ ਦਾ ਸ਼ੁਕਰਾਨਾ ਹੀ ਹੁੰਦਾ, ਉਹ ਰੱਬ ਦਾ ਸ਼ੁਕਰਾਨਾ ਹੀ ਕਰਦੇ ਨੇ। ਉਹਨਾਂ ਦੇ ਅੰਦਰੋਂ ਮਾਇਆ ਦੀ ਸਿੱਕ ਜਿਹੜੀ ਆ ਨਾ ਉਹ ਮੁੱਕ ਜਾਂਦੀ ਹੈ। ਕਵਨ ਬੜਾਈ ਕਹਿ ਸਕੋ ਬੇਅੰਤ ਗੁਣੀਤਾ। ਬੜੇ ਗੁਣ ਨੇ ਸਤ ਸੰਗ ਦੇ, ਬੜੇ ਗੁਣ ਨੇ ਜਿੰਦੀ ਸਤ ਸੰਗ ਕੀਤੀ ਜਾਂਦੀ ਉਸ ਸੱਚੇ ਰਹਿਬਰ ਗੁਰੂ ਦੇ, ਉਸ ਅਕਾਲ ਪੁਰਖ ਦੇ। ਕਵਨ ਵਡਾਈ ਕਹਿ ਸਕੋ, ਮੈਂ ਕਿੰਨੀਆਂ ਕੁ ਵਡਿਆਈਆਂ ਕਹਿ ਸਕਦਾ। ਬੇਅੰਤ ਗੁਣੀਤਾ, ਉਹ ਤੇ ਗੁਣਾ ਦਾ ਭਰਿਆ ਹੋਇਆ ਹੈ। ਕਰ ਕਿਰਪਾ ਮੋਹ ਨਾਮ ਦੇਹੋ ਨਾਨਕ ਦਰ ਸਰੀਤਾ। ਹੁਣ ਗੁਣ ਵਿਖਾਣੇ ਨਹੀਂ ਜਾਂਦੇ, ਗੁਣ ਦੱਸੇ ਨਹੀਂ ਜਾਂਦੇ, ਗੁਣਾਂ ਦੀ ਵਿਆਖਿਆ ਨਹੀਂ, ਕਿਉਂਕਿ ਗੁਣ ਬਹੁਤੇ ਨੇ। ਫਿਰ ਕਰੀਏ ਕੀ? ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਮੋਹਿ ਨਾਮ ਦੇਹੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਨਾਮ ਦੇ ਦਿਓ, ਨਾਨਕ ਦਰ ਸਰੀਤਾ, ਤਾਂ ਕਿ ਮੈਂ ਤੇਰੇ ਦਰ ਦਾ ਭਾਵ ਸੇਵਕ ਬਣਿਆ ਰਵਾਂ। ਅਸੀਂ ਅਰਦਾਸ ਕਰੀਏ, ਮਾਲਕ ਜੀ ਤੁਸੀਂ ਬਖਸ਼ਣਹਾਰ ਹੋ, ਤੁਸੀਂ ਕਰੀਮ ਹੋ, ਤੁਸੀਂ ਕਬੀਰ ਹੋ, ਤੁਸੀਂ ਬਖਸ਼ਾਂ ਦੇ ਸਮੁੰਦਰ ਹੋ, ਤੁਹਾਡੇ ਵਰਗਾ ਦੂਜਾ ਕੋਈ ਨਹੀਂ। ਇਹ ਸਾਰੇ ਗੁਣ ਅਸੀਂ ਬਿਆਨ ਨਹੀਂ ਕਰ ਸਕਦੇ, ਤੁਸੀਂ ਸਾਨੂੰ ਦਾਤਾਂ ਦੇਈ ਜਾਂਦੇ ਹੋ, ਅਸੀਂ ਲੈ ਲੈ ਕੇ ਫਿਰ ਭੁੱਲ ਜਾਂਦੇ ਆ, ਤੁਸੀਂ ਤਾਂ ਵੀ ਦੇਣੋਂ ਥੱਕਦੇ ਨਹੀਂ, ਤਾਂ ਵੀ ਅਕੜੇ ਨਹੀਂ। ਤੁਸੀਂ ਤੇ ਏਡੇ ਵੱਡੇ ਗੁਣਾਂ ਦੇ ਸਮੁੰਦਰ ਹੋ ਵੀ ਉਰਲੇ ਬੰਨੇ ਤੇ ਖੜ ਜਾਈਏ ਤੇ ਪਰਲਾ ਬੰਨਾ ਹੀ ਨਹੀਂ ਦਿਸਦਾ। ਫਿਰ ਹੁਣ ਕਰੀਏ ਕੀ ਮਾਲਕ ਜੀ? ਤੇਰੇ ਸਾਰੇ ਗੁਣ ਆਪਾਂ ਬਿਆਨ ਨਹੀਂ ਕਰ ਸਕਦੇ, ਬਸ ਇੱਕ ਕਿਰਪਾ ਸਾਡੀ ਝੋਲੀ ਦੇ ਵਿੱਚ ਪਾ ਦਿਓ। ਉਹ ਕੀ ਹੈ? ਤੇਰੇ ਦਰ ਦੇ ਸੇਵਕ ਬਣੇ ਰਹੀਏ। ਉਹ ਇਹ ਹੈ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਰਹਿਮਤ ਕਰਨ। ਕੋਟਾਨ ਕੋਟ ਸ਼ੁਕਰਾਨਾ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਹਿ ਦਿਲੋਂ ਧੰਨਵਾਦ ਹੈ। ਗਿਣਤੀ ਗਿਆਨੀ ਪ੍ਰਨਾਮ ਸਿੰਘ ਜੀ, ਗਿਆਨੀ ਪ੍ਰਿਤਪਾਲ ਸਿੰਘ ਜੀ, ਮੈਨੇਜਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ, ਐਡੀਸ਼ਨਲ ਮੈਨੇਜਰ ਸਾਹਿਬ ਸਰਦਾਰ ਕਰਨੈਲ ਸਿੰਘ ਜੀ, ਸਾਰੇ ਮੈਨੇਜਰ ਸਾਹਿਬ ਗੁਰਮੀਤ ਸਿੰਘ ਜੀ, ਭਾਗ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਹੈ। ਆਪ ਸਮੂਹ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਭੁੱਲਾਂ ਚੁੱਕਾਂ ਮੇਰੀਆਂ ਨੇ, ਗੁਰੂ ਰੂਪ ਸਾਧ ਸੰਗਤ ਬਖਸ਼ਣਯੋਗ ਹੈ। ਜਿੰਨੀਆਂ ਵੀ ਭੁੱਲਾਂ ਕੀਤੀਆਂ ਉਹਨਾਂ ਮੇਰੀ ਝੋਲੀ ਵਿੱਚ ਪਾ ਕੇ ਫਤਿਹ ਦੀ ਆਸੀਸ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।